मैं हाँ ਬਲਵਿੰਦਰ ਸਿੰਘ ਵਿਰਮਾਨੀ ਪ੍ਰੋਗਰਾਮ ਨਜ਼ਰੀਆ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਅੱਜ ਵੇਖ ਰਹੇ ਹੋ, ਅੱਜ ਮੈਂ ਇੱਕ ਕਲਾਸਰੂਮ ਵਿੱਚ ਮੌਜੂਦ ਹਾਂ। ਜੀ ਹਾਂ, ਕੋਰੋਨਾ ਵਾਇਰਸ ਇਸ ਸਮੇਂ ਹਰ ਜਗ੍ਹਾ ਤੇ ਫੈਲਿਆ ਹੋਇਆ ਅਤੇ ਫਿਰ ਕਲਾਸਰੂਮਸ ਇਸ ਸਮੇਂ ਬੰਦ ਪਈਆਂ ਸਨ। ਸੋ ਇੱਕ ਕਲਾਸਰੂਮ ਨੂੰ ਅਸੀਂ ਆਪਣੇ ਨਾਲ ਰੱਖ ਲਿਆ। ਕਲਾਸਰੂਮ ਤੋਂ ਭਾਵ ਸਾਨੂੰ ਕਿਤੇ ਨਾ ਕਿਤੇ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ। ਬੱਚਿਆਂ ਨੂੰ ਇੱਥੇ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਉਹੀ ਸਿੱਖਿਆ ਉਹ ਜਦੋਂ ਵੱਡੇ ਹੁੰਦੇ ਨੇ ਤਾਂ ਉਹਨਾਂ ਨੂੰ ਕੰਮ ਆਉਂਦੀ ਹੈ। ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਬਦਲਦੀ ਜਾ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸੀਂ ਉਹਨਾਂ ਦੇ ਦੋਸਤਾਂ ਵੱਲ ਗੌਰ ਕਰਦੇ ਹਾਂ, ਉਹਨਾਂ ਦੇ ਰਿਸ਼ਤੇਦਾਰਾਂ ਵੱਲ ਗੌਰ ਕਰਦੇ ਹਾਂ, ਜਦੋਂ ਆਪਣੇ ਰਿਸ਼ਤੇਦਾਰਾਂ ਵਿੱਚ ਜਾਂ ਆਪਣੇ ਦੋਸਤਾਂ ਮਿੱਤਰਾਂ ਵਿੱਚ ਉਹ ਵੇਖਦੇ ਨੇ ਕਿ ਕਿਤੇ ਨਾ ਕਿਤੇ ਕੋਈ ਲੜਾਈ ਝਗੜਾ ਹੋ ਰਿਹਾ ਹੈ, ਤਾਂ ਉਸ ਲੜਾਈ ਝਗੜੇ ਦੀ ਜੜ ਕੀ ਹੈ ਉਹ ਸਮਝ ਤਾਂ ਪਾਉਂਦੇ ਨਹੀਂ, ਪਰ ਉਹਨਾਂ ਦੇ ਮਨ ਵਿੱਚ ਉਹ ਲੜਾਈ ਘਰ ਜ਼ਰੂਰ ਕਰ ਜਾਂਦੀ ਹੈ। ਅੱਜ ਸਾਡੇ ਨਾਲ ਮੌਜੂਦ ਨੇ ਅਵਿਨਾਸ਼ ਕੌਰ ਜੀ। ਅਵਿਨਾਸ਼ ਕੌਰ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਬਲਵਿੰਦਰ ਜੀ। ਅਵਿਨਾਸ਼ ਕੌਰ ਜੀ ਨੂੰ ਤੁਸੀਂ ਮੇਰੇ ਨਾਲ ਗੁੱਡ ਮਾਰਨਿੰਗ ਨਾਰਥ ਅਮਰੀਕਾ ਦੇ ਸ਼ੋਅ ਵਿੱਚ ਅਮੂਮਨ ਤੁਸੀਂ ਦੇਖ ਰਹੇ ਹੋ। ਅੱਜ ਕੱਲ੍ਹ ਸਾਨੂੰ ਇਹ ਪੂਰੇ ਦਿਨ ਭਰ ਦਾ ਹਾਲ ਦੱਸਦੇ ਨੇ ਕਿ ਕੀ ਖਾਸ ਵੈਲਿਊ ਹੈ ਉਸ ਪਾਰਟੀਕੂਲਰ ਦਿਨ ਦੀ, ਉਹ ਸਾਨੂੰ ਅਵਿਨਾਸ਼ ਕੌਰ ਜੀ ਦੱਸਦੇ ਨੇ। ਔਰ ਅਵਿਨਾਸ਼ ਕੌਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਤੁਸੀਂ ਸਾਨੂੰ ਹਰ ਰੋਜ਼ ਗੁੱਡ ਮਾਰਨਿੰਗ ਨਾਰਥ ਅਮਰੀਕਾ ਦੇ ਸ਼ੋਅ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ ਔਰ ਲਗਾਤਾਰ ਸਾਨੂੰ ਇਹ ਦੱਸ ਰਹੇ ਹੋ ਕਿ ਉਸ ਦਿਨ ਦੀ ਖਾਸ ਇੰਪੋਰਟੈਂਸ ਕੀ ਹੈ। ਉਸ ਲਈ ਬਹੁਤ ਬਹੁਤ ਸ਼ੁਕਰੀਆ। ਔਰ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਵਿਨਾਸ਼ ਕੌਰ ਜੀ ਇੱਕ ਬਹੁਤ ਅੱਛੇ ਕਾਉਂਸਲਰ ਨੇ, ਲੋਕਾਂ ਦੀ ਕਾਉਂਸਲਿੰਗ ਕਰਦੇ ਨੇ ਔਰ ਅੱਜ ਅਸੀਂ ਇਹਨਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੀ ਵੀ ਕਾਉਂਸਲਿੰਗ ਕਰਾਵਾਂਗਾ ਅਤੇ ਤੁਹਾਡੀ ਵੀ ਕਾਉਂਸਲਿੰਗ ਕਰਾਉਣ ਦੀ ਕੋਸ਼ਿਸ਼ ਕਰਾਂਗਾ। ਅਵਿਨਾਸ਼ ਕੌਰ ਜੀ, ਅੱਜ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਅੱਜ ਕੋਰੋਨਾ ਵਾਇਰਸ ਦਾ ਇਸ ਸਮੇਂ ਪ੍ਰਕੋਪ ਤੁਸੀਂ ਵੀ ਵੇਖ ਰਹੇ ਹੋ, ਮੈਂ ਵੀ ਦੇਖ ਰਿਹਾ ਕਿ ਪੂਰੀ ਦੁਨੀਆ ਇਸ ਸਮੇਂ ਪ੍ਰਕੋਪ ਦੇ ਸਾਏ ਹੇਠ ਹੈ, ਪਰ ਲੋਕਾਂ ਦੀ ਸੋਚ ਜਿਹੜੀ ਹੈ ਉਹ ਬਦਲਦੀ ਜਾ ਰਹੀ ਹੈ, ਕਿਉਂਕਿ ਲੋਕੀ ਜਿਹੜੇ ਨੇ ਬਹੁਤ ਜ਼ਿਆਦਾ ਨੈਗੇਟਿਵ ਅੱਜ ਸੋਚ ਰਹੇ ਨੇ। ਨੈਗੇਟਿਵ ਤੋਂ ਅਸੀਂ ਪੋਜ਼ੀਟਿਵ ਥਿੰਕਿੰਗ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਤਬਦੀਲ ਕਰ ਸਕਦੇ ਹਾਂ? ਜੇਕਰ ਇਹੀ ਸਵਾਲ ਇੱਕ ਆਮ ਮਰੀਜ਼ ਆ ਕੇ ਪੁੱਛਦਾ ਹੈ, ਮਰੀਜ਼ ਤਾਂ ਨਹੀਂ ਕਹਾਂਗਾ ਲੇਕਿਨ ਲੋਕਾਂ ਦੀ ਜਿਹੜੀ ਸੋਚ ਹੈ, ਲੋਕ ਆਪਣੀ ਸੋਚ ਬਦਲਣਾ ਚਾਹੁੰਦੇ ਨੇ। ਜਦੋਂ ਵੀ ਉਹ ਕਾਉਂਸਲਿੰਗ ਲਈ ਆਉਂਦੇ ਨੇ ਤਾਂ ਉਹ ਮਰੀਜ਼ ਨਹੀਂ ਹੁੰਦੇ, ਲੇਕਿਨ ਆਪਣੀ ਉਹ ਸੋਚ ਬਦਲਣਾ ਚਾਹੁੰਦੇ ਨੇ ਕਿਸੇ ਦੇ ਪ੍ਰਤੀ ਵੀ। ਪੋਜ਼ੀਟਿਵ ਐਨਰਜੀ ਕਿੱਥੋਂ ਅਸੀਂ ਲੈ ਕੇ ਆ ਸਕਦੇ ਹਾਂ? ਥੈਂਕ ਯੂ ਬਲਵਿੰਦਰ ਜੀ। ਸਾਰਿਆਂ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਅਤੇ ਹਾਂਜੀ, ਅੱਜ ਦਾ ਜਿਹੜਾ ਦੌਰ ਚੱਲ ਰਿਹਾ ਹੈ ਬਹੁਤ ਹੀ ਕ੍ਰਿਟੀਕਲ ਹੈ ਅਤੇ ਮੈਂ ਕਹਿਣਾ ਚਾਹਾਂਗੀ ਕਿ ਸ਼ੁਰੂਆਤ ਮੈਂ ਅੰਮ੍ਰਿਤ ਤੋਂ ਕਰਦੀ ਹਾਂ ਜੀ। ਤੁਹਾਨੂੰ ਪਤਾ ਅਸੀਂ ਅੰਮ੍ਰਿਤ ਲੈਣ ਲਈ ਗੁਰਦੁਆਰੇ ਜਾਂਦੇ ਹਾਂ ਜਾਂ ਦਰਬਾਰ ਸਾਹਿਬ ਜਾਈਏ ਜਾਂ ਮੰਦਿਰ ਜਾਈਏ। ਹੁਣ ਉਹ ਅੰਮ੍ਰਿਤ ਵਿੱਚ ਬਹੁਤ ਕੁਛ ਹੈ, ਉਸ ਵਿੱਚ ਵਾਈਬ੍ਰੇਸ਼ਨਸ ਨੇ, ਗੁਰਬਾਣੀ ਦੀ ਹੋਣਗੇ, ਪੂਜਾ ਦੀ ਹੋਣਗੇ ਜਾਂ ਤੁਲਸੀ ਪਾ ਲਓ, ਹੈ ਨਾ। ਅਗਰ ਉਹੀ ਪਾਣੀ ਅਸੀਂ ਘਰ ਉਸ ਵਿੱਚ ਤੁਲਸੀ ਪਾਈਏ ਜਾਂ ਉਸ ਵਿੱਚ ਅਸੀਂ ਰੱਬ ਦਾ ਨਾਂ ਲੈ ਕੇ ਪੀਏ ਜਾਂ ਅਸੀਂ ਸਾਦਾ ਹੀ ਪਾਣੀ ਪੀ ਲਈਏ, ਬਟ ਤੁਸੀਂ ਦੇਖੋ ਅਸੀਂ ਉਹ ਅੰਮ੍ਰਿਤ ਲੈਣ ਲਈ ਜਦੋਂ ਜਾਂਦੇ ਹਾਂ ਤਾਂ ਸਾਡੀ ਬੋਡੀ ਤਰੋ ਤਾਜ਼ਾ ਹੋ ਜਾਂਦੀ ਹੈ। ਸਾਨੂੰ ਵਿਸ਼ਵਾਸ ਹੈ ਉਸ ਪਾਣੀ 'ਤੇ, ਉਸ ਅੰਮ੍ਰਿਤ 'ਤੇ ਕਿ ਅਸੀਂ ਉਹ ਪੀਆਂਗੇ ਤਾਂ ਅਸੀਂ ਠੀਕ ਹੋ ਜਾਵਾਂਗੇ। ਅਤੇ ਹੁਣ ਇਹ ਗਲਾਸ ਹੈਗਾ ਜਿਸ ਵਿੱਚ ਫੀਅਰਫੁਲ ਪੂਰਾ ਇੱਕ ਗਲਾਸ ਅਸੀਂ ਇੱਕ ਡਰ ਵਾਲਾ ਰੋਜ਼ ਪੀ ਰਹੇ ਹਾਂ। ਹੁਣ ਤਾਂ ਆਲਮੋਸਟ ਵੀ ਆਰ ਡਰਿੰਕਿੰਗ ਈਟਿੰਗ। ਅਸੀਂ ਆਪਣੇ ਆਪ ਨੂੰ ਇੰਝ ਬਣਾ ਲਿਆ ਹੈ ਕਿ ਹਰ ਵੇਲੇ ਉਹੀ ਸੋਚੀ ਜਾਣਾ, ਹਰ ਵੇਲੇ ਉਹੀ ਸੋਚੀ ਜਾਣਾ। ਅਤੇ ਤੁਸੀਂ ਸੋਚੋ ਕਿ ਅਗਰ ਮੈਂ ਇੱਕ ਪੂਰਾ ਗਲਾਸ ਡਰ ਵਾਲਾ ਪੀ ਰਹੀ ਹਾਂ ਤਾਂ ਮੇਰੇ ਸਰੀਰ 'ਤੇ ਕੀ ਇਫੈਕਟ ਹੋਏਗਾ? ਇਸ ਸੋਚ ਦਾ ਕਾਰਨ ਕੀ ਹੈ? ਸੋਸ਼ਲ ਮੀਡੀਆ, ਕਿਉਂਕਿ ਸੋਸ਼ਲ ਮੀਡੀਆ 'ਤੇ ਬਹੁਤ ਅਫਵਾਹਾਂ ਜਿਹੜੀਆਂ ਨੇ ਉਹ ਜ਼ਿਆਦਾ ਆ ਰਹੀਆਂ ਨੇ। ਜਿਹੜਾ ਅਸੀਂ ਸਰਕਾਰ ਦਾ ਅੰਕੜਾ ਹੈ ਉਹ ਅਸੀਂ ਨਹੀਂ ਦੇਖ ਪਾ ਰਹੇ, ਸਰਕਾਰ ਕੀ ਕਹਿ ਰਹੀ ਹੈ ਸਾਨੂੰ ਅਸੀਂ ਉਸ ਬਾਰੇ ਨਹੀਂ ਸੋਚ ਪਾ ਰਹੇ। ਲੇਕਿਨ ਜੋ ਸਾਨੂੰ ਸੋਸ਼ਲ ਮੀਡੀਆ 'ਤੇ ਜੋ ਸਾਨੂੰ ਸਾਡੇ ਦੋਸਤ ਹੈਗੇ ਨੇ ਜਾਂ ਵੱਖ-ਵੱਖ ਜਿਹੜੇ ਗਰੁੱਪਸ ਹੈ ਉਸ ਵਿੱਚ ਜੋ ਮੈਸੇजेस ਆ ਰਹੇ ਨੇ ਉਹਨਾਂ ਵਿੱਚੋਂ 90% ਮੈਂ ਕਹਾਂਗਾ ਕਿ ਉਹ ਫੇਕ ਮੈਸੇजेस ਬਣਾਏ ਗਏ ਹੁੰਦੇ ਨੇ। ਇਸ ਕਰਕੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਨੈਗੇਟਿਵ ਵਾਲੇ ਪਾਸੇ ਜ਼ਿਆਦਾ ਹੈ। ਜੀ ਬਿਲਕੁਲ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇੰਨੇ ਮੈਸੇजेस ਜਿਹੜੇ ਆਉਂਦੇ ਨੇ ਜਾਂ ਅਗਰ ਤੁਸੀਂ ਭੁੱਲਣਾ ਵੀ ਚਾਹੋ ਤਾਂ ਤੁਹਾਨੂੰ ਤੁਹਾਡੇ ਸ਼ੁਭ ਚਿੰਤਕ ਫਿਰ ਭੇਜ ਦਿੰਦੇ ਨੇ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਹ ਜਾਣਨਾ ਜ਼ਰੂਰੀ ਹੈ। ਤੁਸੀਂ ਸਿਰਫ ਗਵਰਨਮੈਂਟ ਦੇ ਇੱਕ ਮੈਸੇਜ ਲਈ ਰੈਡੀ ਰਹੋ ਕਿ ਗਵਰਨਮੈਂਟ ਕੀ ਕਹਿ ਰਹੀ ਹੈ, ਸਾਨੂੰ ਉਹਨਾਂ ਨੂੰ ਸੁਣਨਾ ਹੈ, ਸਾਨੂੰ ਨਾ ਕਿ ਇੰਨੇ ਮੈਸੇजेस ਲੋੜ ਹੀ ਨਹੀਂ ਹੈ। ਇੰਨਾ ਸਟੈਟਿਸਟਿਕ ਜਿਹੜੇ ਚੱਲ, ਵੀ ਡੋਂਟ ਹੈਵ ਟੂ ਬੋਦਰ। ਆਪਾਂ ਨੂੰ ਪਹਿਲੀ ਗੱਲ ਤਾਂ ਮੈਂ ਪੋਜ਼ੀਟਿਵ ਵੀ ਨਹੀਂ ਕਹਾਂਗੀ ਕਿਉਂਕਿ ਪੋਜ਼ੀਟਿਵ ਲਈ ਵੀ ਅੱਜ ਕੱਲ੍ਹ ਸਾਰੇ ਡਰ ਰਹੇ ਨੇ ਕਿ ਪੋਜ਼ੀਟਿਵ ਕੋਰੋਨਾ ਵਾਇਰਸ ਪੋਜ਼ੀਟਿਵ। ਮੈਂ ਤਾਂ ਇਹ ਨਾਂ ਵੀ ਨਹੀਂ ਲੈਂਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਤੁਸੀਂ ਵੀ ਇਹ ਨਾਂ ਲਓ। ਅਸੀਂ ਜਿਸ ਚੀਜ਼ ਨੂੰ ਅਟਰੈਕਟ ਕਰਾਂਗੇ, ਦਿਸ ਇਜ਼ ਲਾਅ ਆਫ ਐਨਰਜੀ। ਤੁਸੀਂ ਉਹਨੂੰ ਅਟਰੈਕਟ ਕਰ ਰਹੇ ਹੋ ਆਪਣੇ ਵੱਲ, ਕਿਉਂ? ਜ਼ਰੂਰੀ ਨਹੀਂ ਹੈ, ਤੁਸੀਂ ਉਸਨੂੰ ਅਟਰੈਕਟ ਕਰਨ ਦੀ ਲੋੜ ਨਹੀਂ ਹੈ। ਤੁਸੀਂ ਮੈਂ ਉਹ ਕਹਿ ਰਹੀ ਸੀ ਕਿ
ਸਿਰਫ ਇੱਕ ਗਵਰਨਮੈਂਟ ਦੇ ਇੱਕ ਵਰਡ ਲਈ ਤੁਸੀਂ ਰੈਡੀ ਰਹੋ ਕਿ ਵਾਟ ਗਵਰਨਮੈਂਟ ਇਜ਼ ਸੇਇੰਗ। ਤੇ ਗਵਰਨਮੈਂਟ ਦੀ ਜੋ ਗੱਲ ਹੈ, ਤੁਸੀਂ ਕੁਆਰੰਟੀਨ ਹੈਗੇ ਹੋ, ਵੈਰੀ ਗੁੱਡ। ਤੁਸੀਂ ਕੁਆਰੰਟੀਨ ਹੋ 14 ਡੇਜ਼ ਲਈ, ਦੈਟ ਇਜ਼ ਰਿਸਪੌਂਸਿਬਿਲਿਟੀ ਫੈਕਟਰ, ਵੈਰੀ ਗੁੱਡ, ਠੀਕ ਹੈ। ਬਟ ਹੁਣ ਤੁਸੀਂ ਕੁਆਰੰਟੀਨ ਕਰ ਦਿੱਤਾ ਆਪਣੇ ਆਪ ਨੂੰ, ਪਰ ਤੁਸੀਂ ਕੁਆਰੰਟੀਨ ਕੀਤਾ ਮਾਈਂਡ ਨੂੰ ਨਹੀਂ ਕੀਤਾ। ਤਾਂ ਸਭ ਤੋਂ ਪਹਿਲੇ ਤੁਸੀਂ ਜਿਹੜੀ ਲਿਸਟ ਤਿਆਰ ਕੀਤੀ ਹੈ, ਹੱਥ ਧੋਣੇ ਹੈ, ਵੈਰੀ ਗੁੱਡ, ਹੈ ਨਾ। ਆਪਣੇ ਘਰ ਨੂੰ ਸਾਫ਼ ਰੱਖਣਾ ਹੈ, ਵੈਰੀ ਗੁੱਡ। ਬਟ ਸਭ ਤੋਂ ਪਹਿਲੇ ਹੱਥ ਧੋਣ ਤੋਂ ਵੀ ਪਹਿਲੇ ਉੱਪਰ ਲਿਖੋ ਥਿੰਕ ਰਾਈਟ। ਯੂ ਹੈਵ ਟੂ ਥਿੰਕ ਰਾਈਟ। ਸਹੀ ਸੋਚਣਾ ਇਸ ਵੇਲੇ ਬਹੁਤ ਜ਼ਰੂਰੀ ਹੈ, ਜੋ ਕਿ ਅਸੀਂ ਨਹੀਂ ਸੋਚ ਰਹੇ ਹਾਂ। ਅਸੀਂ ਕੀ ਸੋਚ ਰਹੇ, ਇਕੁਏਸ਼ਨ ਕੀ ਹੈਗੀ ਹੈ, ਜੋ ਅਸੀਂ ਸੋਚਾਂਗੇ ਉਹ ਹੋਣਾ ਚਾਹੀਦਾ ਹੈ, ਪਰ ਅਸੀਂ ਕੀ ਇਕੁਏਸ਼ਨ ਕਰ ਰਹੇ ਹਾਂ, ਜੋ ਹੋ ਰਿਹਾ ਅਸੀਂ ਉਹ ਸੋਚ ਰਹੇ ਹਾਂ। ਵੀ ਡੋਂਟ ਹੈਵ ਟੂ ਥਿੰਕ ਦੈਟ। ਜੋ ਹੁੰਦਾ ਪਿਆ ਅਸੀਂ ਸੋਚ ਰਹੇ ਹਾਂ ਉਹ ਹੋਰ ਹੋਏਗਾ, ਜਿੰਨਾ ਸੋਚਾਂਗੇ ਉਹ ਹੋਰ ਹੋਏਗਾ। ਜਿੱਦਾਂ ਮੈਂ ਕਿਹਾ ਕਿ ਤੁਸੀਂ ਡਰ ਵਾਲਾ ਪਾਣੀ ਦਾ ਗਲਾਸ ਪੀ ਰਹੇ ਹੋ, ਹੈ ਨਾ। ਹੁਣ ਤੁਸੀਂ ਬੋਲੋਗੇ ਕਿ ਵੈਜੀਟੇਬਲਸ ਜਾਂ ਫਰੂਟਸ ਸਭ ਨਕਲੀ ਆ ਰਹੇ ਨੇ, ਕਿਉਂ? ਕਿਉਂਕਿ ਕੈਮੀਕਲ ਹੈ, ਰਾਈਟ। ਬਟ ਇਮੋਸ਼ਨਲ ਡਿਸਟਰਬੈਂਸਸ ਜ਼ਿਆਦਾ ਨੇ। ਹੁਣ ਜੋ ਵੇਚ ਰਿਹਾ ਹੈ ਉਹ ਵੀ ਡਿਸਟਰਬ ਹੈ, ਜੋ ਬਣਾ ਰਿਹਾ ਹੈ ਉਹ ਵੀ ਡਿਸਟਰਬ ਹੈ, ਜੋ ਖਾ ਰਿਹਾ ਹੈ ਉਹ ਵੀ ਡਿਸਟਰਬ ਹੈ ਨਾ। ਤਾਂ ਤੁਸੀਂ ਕਿਉਂ, ਮਤਲਬ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਭ ਤੋਂ ਪਹਿਲੇ ਜਿਹੜੇ ਇਮੋਸ਼ਨਲ ਜਿਹੜਾ ਮਾਈਂਡ ਸੈਟ ਹੈ ਇਸ ਟਾਈਮ 'ਤੇ ਪੀਸਫੁਲ ਹੋਣਾ, ਪਾਵਰਫੁਲ ਹੋਣਾ। ਮੈਂ ਪੋਜ਼ਿਟਿਵ ਨਹੀਂ ਕਹਾਂਗੀ, ਮੈਂ ਕਹਾਂਗੀ ਪਾਵਰਫੁਲ। ਇਸ ਟਾਈਮ 'ਤੇ ਪਾਵਰਫੁਲ ਹੋਣਾ, ਪੀਸਫੁਲ ਹੋਣਾ, ਸਟੇਬਲ ਹੋਣਾ, ਫੀਅਰਲੈਸ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਆਪਣੇ ਆਪ ਨੂੰ ਕਰੋਨਾ ਤੋਂ ਬਾਹਰ ਕੱਢਣਾ ਬੜਾ ਜ਼ਰੂਰੀ ਹੈ। ਕਰੋਨਾ ਤੋਂ ਇਲਾਵਾ ਵੀ ਹੋਰ ਕਈ ਚੀਜ਼ਾਂ ਜਿਨ੍ਹਾਂ ਬਾਰੇ ਤੁਸੀਂ ਸੋਚ ਸਕਦੇ ਹੋ। ਬਿਲਕੁਲ ਠੀਕ ਹੈ। ਅੱਜ ਲੋਕਾਂ ਨੂੰ ਘਰਾਂ ਵਿੱਚ ਬੈਠਣਾ ਪੈ ਰਿਹਾ ਹੈ, ਆਪਣੀ ਮਜਬੂਰੀ ਵਾਸੋਂ ਘਰ ਵਿੱਚ ਬੈਠ ਰਹੇ ਨੇ। ਲੋਕਾਂ ਦੀ ਬਹੁਤ ਅੱਛੀ ਜੌਬ ਚੱਲ ਰਹੀ ਹੈ, ਉਸ ਜੌਬ ਵਿੱਚ ਉਹ ਨਹੀਂ ਜਾ ਪਾ ਰਹੇ, ਉਹਨਾਂ ਨੂੰ ਕਿਹਾ ਗਿਆ ਕਿ ਘਰ ਤੋਂ ਹੀ ਕੰਮ ਕਰੋ। ਪਰ ਕਿਤੇ ਨਾ ਕਿਤੇ ਅਵਿਨਾਸ਼ ਜੀ, ਜਦੋਂ ਅਸੀਂ ਘਰ ਵਿੱਚ ਬੈਠਣਾ ਤਾਂ ਸਾਨੂੰ ਪਸੰਦ ਹੈ, ਸਾਨੂੰ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਪਸੰਦ ਹੈ, ਲੇਕਿਨ ਜਦੋਂ ਕੋਈ ਸਾਡੇ 'ਤੇ ਹਾਵੀ ਹੋ ਕੇ ਕਹਿ ਦੇ ਕਿ ਤੁਸੀਂ ਘਰ ਵਿੱਚ ਹੀ ਬੈਠਣਾ, ਤੁਸੀਂ ਬਾਹਰ ਨਹੀਂ ਨਿਕਲਣਾ, ਤਾਂ ਉਹ ਇੱਕ ਇੰਜੋਇਮੈਂਟ ਨਹੀਂ, ਉਹ ਇੱਕ ਕੈਦ ਬਣ ਜਾਂਦੀ ਹੈ। ਲੋਕ ਉਸ ਕੈਦ ਵਿੱਚੋਂ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਪਾ ਰਹੇ, ਕਿਉਂਕਿ ਲੋਕ ਫੈਮਿਲੀ ਨਾਲ ਤਾਂ ਰਹਿਣਾ ਚਾਹੁੰਦੇ ਹੈ, ਲੇਕਿਨ ਇੱਕ ਕੈਦ ਵਿੱਚ ਰਹਿਣਾ ਨਹੀਂ ਚਾਹੁੰਦੇ। ਸੋ ਕਿਤੇ ਨਾ ਕਿਤੇ ਜਿਹੜੀ ਫਰਸਟ੍ਰੇਸ਼ਨ ਹੈ ਉਹ ਪਰਿਵਾਰਕ ਮੈਂਬਰਾਂ 'ਤੇ ਨਿਕਲ ਰਹੀ ਹੈ, ਆਪਣੇ ਬੱਚਿਆਂ 'ਤੇ ਨਿਕਲ ਰਹੀ ਹੈ। ਹਸਬੈਂਡ ਔਰ ਵਾਈਫ ਜਿਹੜੀ ਹੈ ਉਹ ਜ਼ਿਆਦਾਤਰ ਲੜਾਈ ਹੋ ਰਹੀ ਹੈ। ਇਹ ਵੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਲੋਕ ਪਿਆਰ ਨਾਲ ਤਾਂ ਰਹਿਣਾ ਉਹਨਾਂ ਨੂੰ ਚਾਹੀਦਾ, ਲੇਕਿਨ ਉਹ ਪਿਆਰ ਨਾਲ ਨਹੀਂ ਰਹਿ ਪਾ ਰਹੇ। ਇੱਥੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਆਪਾਂ ਜੌਬ ਕਰਦੇ ਹਾਂ, ਠੀਕ ਹੈ, ਜਾਂ ਹਾਊਸ ਵਾਈਫਸ ਹੈ ਉਹ ਵੀ ਜੌਬ ਕਰਦੀਆਂ, ਉਹਨਾਂ ਨੂੰ ਉਸ ਟਾਈਮ 'ਤੇ ਇੱਦਾਂ ਹੁੰਦਾ ਸੀਗਾ ਕਿ ਅਸੀਂ ਕਦੋਂ ਛੁੱਟੀ ਮਿਲੇਗੀ, ਕਦੋਂ ਸੰਡੇ ਆਏਗਾ, ਕਦੋਂ ਘਰ ਬੈਠਾਂਗੇ। ਬਟ ਹੁਣ ਇੱਦਾਂ ਹੋ ਗਿਆ ਕਿ ਯੈਸ, ਇਹ ਬੰਦਿਸ਼ ਹੋ ਗਈ ਹੈ ਨਾ, ਕਿ ਤੁਹਾਨੂੰ ਘਰ ਬਹਿਣਾ ਪੈ ਰਿਹਾ ਕਿ ਜਬਰਨ। ਪਰ ਤੁਸੀਂ ਉਸ ਨੂੰ ਕਿਉਂ ਨਹੀਂ ਪਾਵਰਫੁੱਲੀ ਲੈ ਰਹੇ ਹੋ? ਯੂ ਨੋ, ਤੁਸੀਂ ਇੱਕ ਸਟਰੋਂਗ ਵੇ ਨਾਲ ਲਓ ਕਿ ਇਟਸ ਵੈਰੀ ਗੁੱਡ। ਇਹ ਟਾਈਮ ਜੋ ਸਾਨੂੰ ਮਿਲਿਆ ਹੈ ਨਾ, ਉਹ ਸਾਨੂੰ ਦੁਬਾਰਾ ਨਹੀਂ ਮਿਲੇਗਾ। ਤੁਸੀਂ ਆਪਣੀ ਐਨਰਜੀ ਨੂੰ ਚੈਨਲਾਈਜ਼ ਕਰੋ। ਤੁਹਾਡੇ ਕੋਲ ਸਿੰਗਿੰਗ ਹੈ, ਤੁਹਾਡੇ ਕੋਲ ਅਗਰ ਡਾਂਸ ਹੈ, ਤੁਹਾਡੇ ਕੋਲ ਕੁਕਿੰਗ ਹੈ, ਤੁਹਾਡੇ ਕੋਲ ਜੋ ਵੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈ, ਉਸ ਨੂੰ ਆਪਣੇ ਆਪ ਨੂੰ ਵੀ ਨਿਖਾਰੋ, ਆਪਣੇ ਬੱਚਿਆਂ ਨੂੰ ਵੀ ਨਿਖਾਰੋ, ਉਸ ਦੇ ਉੱਤੇ ਟਾਈਮ ਸਪੈਂਡ ਕਰੋ। ਤੁਸੀਂ ਇਸ ਨੂੰ ਬੰਦਿਸ਼ ਨਾ ਸਮਝੋ ਕਿ ਹਾਂ ਸਾਨੂੰ ਇਕੱਠੇ ਹੋ ਕੇ, ਦਿਸ ਇਜ਼ ਵੈਰੀ ਗੁੱਡ। ਜਦੋਂ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਨਾ, ਉਹ ਸੋਚਦੇ ਨੇ ਕਿ ਉਹ ਕਦੋਂ ਆਏਗਾ ਕੰਮ ਤੋਂ ਅਤੇ ਕਦੋਂ ਰੋਟੀ ਖਾਵਾਂਗੇ, ਉਹ ਵਿਚਾਰੇ ਖਾ ਕੇ ਉਹ ਸੋ ਜਾਂਦੇ ਨੇ। ਪਰ ਹੁਣ ਉਹਨਾਂ ਦੀ ਵੀ ਖੁਸ਼ੀ ਦੇਖੋ ਕਿ ਉਹ ਕਿੰਨੇ ਖੁਸ਼ ਹੋਣਗੇ ਕਿ ਹਾਂਜੀ ਅਸੀਂ ਸਾਰੇ ਇਕੱਠੇ ਹੋ ਕੇ ਰੋਟੀ ਖਾ ਰਹੇ ਹਾਂ। ਦਿਸ ਇਜ਼ ਸੋ ਨਾਈਸ, ਯੂ ਨੋ। ਇਹ ਜਿਹੜਾ ਟਾਈਮ ਮਿਲਿਆ, ਪਰਮਾਤਮਾ ਨੇ ਬੋਲਿਆ ਹੁਣ ਠਹਿਰ ਜਾਓ, ਹੁਣ ਆਪਣੇ ਘਰ ਬੈਠ ਕੇ ਆਪਣਾ ਟਾਈਮ ਸਪੈਂਡ ਕਰੋ। ਇੰਟਰਨਲੀ ਸਟਰੋਂਗ ਹੋ ਜਾਓ ਸਾਰੇ ਜਣੇ। ਮੈਂ ਤਾਂ ਇਹ ਕਹਿਣਾ ਚਾਹੂੰਗੀ, ਕਿਉਂਕਿ ਜਿੰਨਾ ਸਟਰੋਂਗ ਹੋਵੋਗੇ, ਕਿਉਂਕਿ ਤੁਸੀਂ ਜਿਹੜੀ ਵਾਈਬ੍ਰੇਸ਼ਨਸ ਦੇ ਰਹੇ ਹੋ ਨਾ, ਜੇ ਤੁਸੀਂ ਅਗਰ ਇਹ ਇਸ ਕਰਕੇ ਕੌਨਫਲਿਕਟ ਹੋ ਰਿਹਾ ਨਾ, ਕਿਉਂਕਿ ਤੁਹਾਡੀ ਵਾਈਬ੍ਰੇਸ਼ਨਸ ਅੰਦਰੋਂ ਕੁਛ ਹੋਰ ਕਹਿ ਰਹੀਆਂ ਨੇ। ਤੁਸੀਂ ਬਾਰ-ਬਾਰ ਉਸ ਚੀਜ਼ ਨੇ ਖ਼ਤਮ ਹੋਣਾ ਹੀ ਹੈ। 100% ਜਾਏਗੀ, ਕਿਉਂ ਨਹੀਂ ਜਾਏਗੀ? ਜਾਣਾ ਹੀ ਹੈ। ਬਟ ਤੁਸੀਂ ਅੱਜ ਨਹੀਂ ਜਾ ਰਹੇ, 1 ਮਹੀਨੇ ਬਾਅਦ ਜਾਏਗੀ। ਪਰ ਤੁਸੀਂ ਹੁਣ ਕੌਨਸਟੈਂਟਲੀ ਤੁਸੀਂ ਉਹ ਡਰ, ਫੀਅਰ ਅੰਦਰ ਤੇ ਨਹੀਂ ਬਿਠਾ ਕੇ ਰੱਖ ਸਕਦੇ। ਤੁਸੀਂ ਅਗਰ ਉਹ ਕੌਨਸਟੈਂਟਲੀ ਅਗਰ ਤੁਹਾਡਾ ਕੋਈ ਬੋਡੀ ਦਾ ਅੰਗ ਵੀਕ ਹੈ, ਤੁਹਾਨੂੰ ਨਹੀਂ ਪਤਾ, ਯੂ ਨੈਵਰ ਨੋ ਕਿ ਤੁਹਾਡਾ ਅੰਗ ਕਿਹੜਾ ਵੀਕ ਹੈ, ਲੀਵਰ ਵੀਕ ਹੈ, ਸਟਮਕ ਵੀਕ ਹੈ, ਜਾਂ ਤੁਹਾਡੇ ਬਲੱਡ ਪ੍ਰੈਸ਼ਰ ਹਾਈ ਹੈ, ਜਾਂ ਸ਼ੂਗਰ ਲੈਵਲ ਨੋਰਮਲ ਨਹੀਂ ਹੈ। ਤਾਂ ਤੁਸੀਂ ਉਸ ਨੂੰ ਕਿੱਦਾਂ, ਜਦੋਂ ਆਲਰੇਡੀ ਬਾਰਡਰ ਲਾਈਨ 'ਤੇ, ਜੇ ਤੁਸੀਂ ਡਰਦੇ ਪਏ ਤਾਂ ਉਹ ਕਿੱਥੇ ਜਾਏਗੀ? ਬਿਲਕੁਲ। ਔਰ ਦੂਸਰੇ ਪਾਸੇ ਅਵਿਨਾਸ਼ ਕੌਰ ਜੀ, ਕਿਤੇ ਨਾ ਕਿਤੇ ਸਾਨੂੰ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਨਹੀਂ ਮਿਲਦਾ ਸੀ। ਹਸਬੈਂਡ ਵਾਈਫ ਦੋਨੋਂ ਅੱਜ ਕੱਲ੍ਹ ਕੰਮ 'ਤੇ ਬਿਜ਼ੀ ਹੁੰਦੇ ਆ, ਬੱਚੇ ਘਰ ਹੁੰਦੇ ਆ, ਆਪਣੇ ਦਾਦਾ ਦਾਦੀ ਕੋਲ ਜਾਂ ਨਾਨਾ ਨਾਨੀ ਕੋਲ ਹੁੰਦੇ ਆ ਜ਼ਿਆਦਾਤਰ ਬੱਚੇ। ਲੇਕਿਨ ਜਦੋਂ ਅੱਜ ਪੇਰੈਂਟਸ ਕੋਲ ਟਾਈਮ ਹੈ, ਪਰ ਕਿਤੇ ਨਾ ਕਿਤੇ ਪੇਰੈਂਟਸ ਨੂੰ ਇਹ ਸੰਭਾਲਣਾ ਨਹੀਂ ਆ ਰਿਹਾ ਕਿ ਅਸੀਂ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਿਵੇਂ ਕਰੀਏ,
क्योंकि लूडो खेलो, चैस खेलो, स्क्रैबल खेलो, चाइनीज़ चेकर खेलो, इस तरह दी कई गेम्स हैं, कार्ड्स खेल लो, लेकिन कदों तक? क्योंकि ਸਾਡੇ ਕੋਲ ਪਹਿਲਾਂ 21 ਦਿਨਾਂ ਦਾ ਲੋਕਡਾਊਨ ਸੀ, ਹੁਣ ਉਹ 30 ਮਈ ਤੱਕ ਕਰ ਦਿੱਤਾ ਗਿਆ, 30 ਅਪ੍ਰੈਲ ਤੱਕ ਕਰ ਦਿੱਤਾ ਗਿਆ, ਕੁਝ ਜਗ੍ਹਾ ਤੇ ਇਸ ਨੂੰ 5 ਮਈ ਤੱਕ ਵੀ ਲੈ ਕੇ ਗਏ ਨੇ, ਔਰ ਸਾਨੂੰ ਇਹ ਵੀ ਨਹੀਂ ਪਤਾ ਕਿ 30 ਅਪ੍ਰੈਲ ਜਾਂ 5 ਮਈ ਤੋਂ ਬਾਅਦ ਵੀ ਲੋਕਡਾਊਨ ਖੁੱਲੇਗਾ ਜਾਂ ਨਹੀਂ ਖੁੱਲੇਗਾ। ਇਸ ਪੂਰੇ ਦਿਨਾਂ ਨੂੰ ਕਿਵੇਂ ਲੋਕੀ ਸਪੈਂਡ ਕਰਨ ਆਪਣੇ ਘਰ ਵਿੱਚ, ਇਹ ਇੱਕ ਬਹੁਤ ਵੱਡੀ ਜਿਹੜੀ ਹੈ ਉਹਨਾਂ ਨੂੰ ਮੁਸੀਬਤ ਲੱਗ ਰਹੀ ਹੈ ਕਿ ਅਸੀਂ ਬੱਚਿਆਂ ਨਾਲ ਕਿੰਨਾ ਖੇਲ ਲਈਏ, ਬੱਚਿਆਂ ਨਾਲ ਕਿੰਨੀਆਂ ਗੱਲਾਂ ਕਰ ਲਈਏ, ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਈਏ। ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹਾਂਗੀ ਕਿ ਸਵੇਰ ਜਦ ਸ਼ੁਰੂਆਤ ਕਰਦੇ ਹੋ ਆਪਣੀ, ਸਭ ਤੋਂ ਪਹਿਲੇ ਤੁਸੀਂ ਇਸ਼ਨਾਨ ਕਰਦੇ ਹੋ, ਫਿਰ ਆਪਾਂ ਪਾਠ ਕਰਦੇ ਹਾਂ, ਹੈ ਨਾ। ਉਸ ਤੋਂ ਬਾਅਦ ਵੀ ਜੇ ਕੋਈ ਪਾਠ ਕਰਦਾ ਠੀਕ ਹੈ, ਜੇ ਨਹੀਂ ਕਰਦਾ ਤਾਂ ਫਿਰ ਤੁਸੀਂ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਦਾ ਇਹ ਪ੍ਰੋਸੈਸ ਹੈਗਾ ਕਿ ਅਗਰ ਤੁਸੀਂ 10 ਸਾਲ ਦੇ ਤਾਂ 10 ਮਿੰਟ ਕਰੋ, 15 ਸਾਲ ਦੇ ਤਾਂ 15 ਮਿੰਟ ਕਰੋ। ਜੇ ਤੁਸੀਂ ਓਨਾ ਵੀ ਨਹੀਂ ਕਰਨਾ ਚਾਹੁੰਦੇ, ਸਿਰਫ 5 ਮਿੰਟ ਹੀ ਆਪਣੇ ਲਈ ਕੱਢੋ, ਕਿਉਂਕਿ ਇਹ ਚੀਜ਼ ਨਾ ਜਿੱਦਾਂ ਅਫਕੋਰਸ ਇਟਸ ਨਾਟ ਈਜ਼ੀ ਹੈ ਨਾ, ਕਿ ਆਪਾਂ ਬੋਲਣ ਨੂੰ ਸਾਰੇ ਕਹਿਣਗੇ ਕਿ ਬੋਲਣ ਨੂੰ ਬੜਾ ਈਜ਼ੀ ਹੈ, ਬਟ ਇਸ ਨੂੰ ਕਰਨ ਨਹੀਂ। ਅਗਰ ਇਹ ਸਿਰਫ ਮਾਈਂਡ ਦੀ ਗੇਮ ਹੈ, ਇਟਸ ਆਲ ਅਬਾਊਟ ਯਰ ਮਾਈਂਡ। ਤੁਸੀਂ ਆਪਣੇ ਮਾਈਂਡ ਨੂੰ ਸਟੇਬਲ ਕਰ ਲਿਆ। ਮੈਂ ਜਾਣਦੀ ਹਾਂ ਕਿ ਇਹ 1 ਮਹੀਨਾ ਜਾਂ 2 ਮਹੀਨਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੜਾ ਔਖਾ ਹੋ ਰਿਹਾ ਹੈ, ਬਟ ਮੈਂ ਚਾਹੁੰਦੀ ਕਿ ਤੁਸੀਂ ਸਭ ਤੋਂ ਪਹਿਲੇ ਮੈਡੀਟੇਸ਼ਨ, ਫਿਰ ਆਪਣੀ ਸਿਹਤ, ਆਪਣੇ ਵੱਲ ਦੇਖੋ, ਐਕਸਰਸਾਈਜ਼ ਕਰੋ। ਐਕਸਰਸਾਈਜ਼ ਚੰਗੀ ਲੱਗਦੀ, ਐਕਸਰਸਾਈਜ਼ ਅਗਰ ਤੁਹਾਡੇ ਏਰੀਆ ਵਿੱਚ ਸਵਿਮਿੰਗ ਹੈ ਤਾਂ ਸਵਿਮਿੰਗ ਕਰੋ। ਜੇ ਤੁਹਾਨੂੰ ਵਧੀਆ ਲੱਗਦਾ ਸਾਈਕਲਿੰਗ, ਵਾਕਿੰਗ, ਜੋ ਚੰਗਾ ਲੱਗਦਾ ਹੈ ਐਵੇਂ ਸ਼ੁਰੂਆਤ ਕਰੋ। ਫਿਰ ਉਸ ਤੋਂ ਬਾਅਦ ਤੁਹਾਡਾ ਬ੍ਰੇਕਫਾਸਟ ਹੋ ਗਿਆ, ਫਿਰ ਬੱਚਿਆਂ ਦਾ ਟਾਈਮ ਆ ਗਿਆ। ਤੁਸੀਂ ਬੱਚਿਆਂ ਨੂੰ ਲੈ ਕੇ ਬੈਠੋ, ਜੋ ਤੁਹਾਡੇ ਵਿੱਚ ਹੁਨਰ ਹੈ ਤੁਸੀਂ ਉਹਨਾਂ ਨੂੰ ਦਿਓ। ਔਰ ਬੱਚੇ ਕਿੰਨੇ ਖੁਸ਼ ਨੇ, ਤੁਸੀਂ ਦੇਖੋ ਨਾ, ਬੱਚਿਆਂ ਨੂੰ ਕੋਈ ਡਰ ਨਹੀਂ ਹੈ। ਤੁਸੀਂ ਦੇਖੋ ਕਿ ਵੱਡਿਆਂ ਨੂੰ ਦੇਖੋ ਔਰ ਬੱਚਿਆਂ ਨੂੰ ਦੇਖੋ, ਦੇ ਆਰ ਸੋ ਹੈਪੀ। ਬੱਚੇ ਕਹਿੰਦੇ ਨੇ ਕਿ ਵੀ ਆਰ ਸੋ ਹੈਪੀ ਮਮਾ ਕਿ ਤੁਸੀਂ ਸਾਡੇ ਨਾਲ ਟਾਈਮ ਸਪੈਂਡ ਕਰ ਪਾ ਰਹੇ ਹੋ, ਹੈ ਨਾ। ਤਾਂ ਤੁਸੀਂ ਵੀ ਹੈਪੀ ਰਹੋ ਨਾ, ਉਹਨਾਂ ਦੀ ਖੁਸ਼ੀ ਦੇਖੋ, ਦੇ ਆਰ ਸੋ ਹੈਪੀ। ਉਹ ਹਰ ਚੀਜ਼ ਵਿੱਚ ਦੇਖੋ ਕਿੱਦਾਂ ਦੀ ਵੀ ਸਿਚੁਏਸ਼ਨ ਹੈ ਕ੍ਰਾਈਸਿਸ ਹੈ, ਪਰ ਇਸ ਸਿਚੁਏਸ਼ਨ ਕ੍ਰਾਈਸਿਸ ਨੂੰ ਆਪਾਂ ਨੂੰ ਕਿੱਦਾਂ ਮੈਨੇਜ ਕਰਨਾ ਹੈ ਨਾ। ਅਤੇ ਇਸ ਤੋਂ ਵੱਡਾ ਤੇ ਅਸੀਂ ਐਗਜ਼ਾਮਪਲ ਲੈ ਸਕਦੇ ਬੱਚਿਆਂ ਤੋਂ। ਬੱਚੇ ਇੰਨੇ ਖੁਸ਼ ਰਹਿੰਦੇ ਨੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ, ਦੇ ਡਾਂਸ, ਦੇ ਲਾਵ, ਦੇ ਸੀ ਐਵਰੀਥਿੰਗ। ਉਹ ਤੁਹਾਡੇ ਨਾਲ ਟਾਈਮ ਸਪੈਂਡ ਕਰਨ ਲਈ ਵੀ ਰੈਡੀ ਨੇ। ਅਤੇ ਤੁਸੀਂ ਚੈਨਲਾਈਜ਼ ਕਰੋ ਆਪਣੇ ਆਪ ਨੂੰ ਵੀ, ਅਤੇ ਆਪਣੇ ਬੱਚਿਆਂ ਦੇ ਨਾਲ ਵੀ ਉਹਨਾਂ ਨੂੰ ਸਿਖਾਓ। ਵੱਧ ਤੋਂ ਵੱਧ ਗੁਰਬਾਣੀ ਦਾ ਪ੍ਰਯੋਗ ਕਰੋ। ਤੁਸੀਂ ਮਿਊਜ਼ਿਕ, ਤੁਸੀਂ ਜਿਹੜਾ ਟੈਲੈਂਟ ਦਿਖਾਉਂਦੇ ਹੋ, ਗੁੱਡ ਮਾਰਨਿੰਗ ਸ਼ੋਅ ਵਿੱਚ ਆਉਂਦਾ, ਕਿੰਨਾ ਵਧੀਆ ਹੈਗਾ, ਹੈ ਨਾ। ਤੁਸੀਂ ਆਪਣੇ ਟੈਲੈਂਟ, ਇਹੀ ਇੱਕ ਸਮਾਂ ਹੈ ਕਿ ਤੁਹਾਡੇ ਅੰਦਰੋਂ ਐਸੇ ਟੈਲੈਂਟਸ ਬਾਹਰ ਨਿਕਲਣਗੇ ਕਿ ਤੁਹਾਨੂੰ ਵੀ ਨਹੀਂ ਪਤਾ, ਤੁਸੀਂ ਖੁਦ ਹੈਰਾਨ ਹੋ ਜਾਓਗੇ। ਅਤੇ ਤੁਸੀਂ ਇਸ ਨੂੰ ਬੰਦਿਸ਼ ਨਾ ਸਮਝੋ ਪਹਿਲੀ ਗੱਲ ਤੇ। ਬਿਲਕੁਲ। ਔਰ ਤੁਸੀਂ ਸਾਡਾ ਗੁੱਡ ਮਾਰਨਿੰਗ ਨਾਰਥ ਅਮਰੀਕਾ ਸ਼ੋਅ, ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਹਰ ਰੋਜ਼ ਸਵੇਰੇ 8 ਵਜੇ ਦੇਖ ਸਕਦੇ ਹੋ, ਚੜ੍ਹਦੀ ਕਲਾ ਟਾਈਮ TV ਨਾਰਥ ਅਮਰੀਕਾ 'ਤੇ। ਹਾਂਜੀ, ਬਿਲਕੁਲ। ਸਾਨੂੰ ਲਗਾਤਾਰ ਨਾ ਲੋਕਾਂ ਨੂੰ ਦੱਸਣਾ ਵੀ ਪੈਂਦਾ ਹੈ। ਬਿਲਕੁਲ। ਅਤੇ ਅਵਿਨਾਸ਼ ਕੌਰ ਜੀ, ਇੱਕ ਹੋਰ ਵੀ ਚੀਜ਼, ਫੇਸਬੁੱਕ 'ਤੇ, WhatsApp 'ਤੇ ਲਗਾਤਾਰ ਵਾਇਰਲ ਹੋ ਰਹੀਆਂ ਕੁਝ ਵੀਡੀਓਜ਼, ਜਿਹਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਕਿਸ ਤਰ੍ਹਾਂ ਮਦਰ ਔਰ ਡਾਟਰ ਦੀ ਜਿਹੜੀ ਬਾਊਂਡੇਸ਼ਨ ਹੈ ਇੰਨੀ ਸਟਰੋਂਗ ਹੈਗੀ ਹੈ ਕਿ ਉਹ ਬਹੁਤ ਅੱਛੇ ਡਾਂਸ ਪਰਫੋਰਮੈਂਸ ਕਰ ਰਹੇ ਨੇ। ਅਸੀਂ ਆਪਣੇ ਸ਼ੋਅ ਵਿੱਚ ਵੀ ਦਿਖਾਇਆ ਕਿਸ ਤਰ੍ਹਾਂ ਫਾਦਰ ਡਾਟਰ, ਫਾਦਰ ਸਨ ਦੀ ਜਿਹੜੀ ਕੋਲੈਬੋਰੇਸ਼ਨ ਹੈਗੀ, ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਡਾਂਸ ਪਰਫੋਰਮੈਂਸ ਕਿਸ ਤਰ੍ਹਾਂ ਵੱਧ ਰਹੀ ਹੈ। ਇਹ ਮੈਨੂੰ ਲੱਗਦਾ ਅੱਜ ਦੇ ਟਾਈਮ ਵਿੱਚ ਨਾ ਬਹੁਤ ਇੱਕ ਚੰਗਾ ਮੌਕਾ ਬੱਚਿਆਂ ਦੇ ਨਾਲ ਹੈ, ਪੇਰੈਂਟਸ ਦੇ ਨਾਲ ਹੈ, ਕਿ ਉਹ ਕਿਸ ਤਰ੍ਹਾਂ ਆਪਣੀ ਇੱਕ ਦੂਜੇ ਨਾਲ ਬਾਊਂਡੇਸ਼ਨ ਵਧਾਉਂਦੇ ਆ, ਕਿਸ ਤਰ੍ਹਾਂ ਇੱਕ ਦੂਜੇ ਨਾਲ ਮਿਲ ਜੁਲ ਕੇ ਡਾਂਸ ਪ੍ਰੈਕਟਿਸ ਕਰਦੇ ਨੇ। ਚਾਹੇ ਅਗਰ ਉਹ ਸ਼ਬਦ ਗਾਇਨ ਹੋ ਤਾਂ ਸ਼ਬਦ ਕਿਵੇਂ ਇੱਕ ਦੂਜੇ ਨਾਲ ਇਕੱਠੇ ਮਿਲ ਕੇ ਗਾ ਸਕਦੇ ਨੇ। ਇਸ ਤਰ੍ਹਾਂ ਦੀ ਐਗਜ਼ਾਮਪਲਸ ਲੋਕਾਂ ਨੂੰ ਫੇਸਬੁੱਕ ਦੇ ਜ਼ਰੀਏ ਲੈਣੀਆਂ ਚਾਹੀਦੀਆਂ ਨੇ। ਔਰ ਜ਼ਿਆਦਾਤਰ ਜਦੋਂ ਅਸੀਂ ਵਰਕਿੰਗ ਵੂਮੈਨ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਕਈ ਵਾਰੀ ਟਾਈਮ ਨਹੀਂ ਮਿਲਦਾ ਕਿ ਉਹ ਅੱਛੀਆਂ ਸਵਾਦਿਸ਼ਟ ਚੀਜ਼ਾਂ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਉਣ। ਫੇਸਬੁੱਕ 'ਤੇ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਕਈ ਲੇਡੀਜ਼ ਜਿਹੜੀਆਂ ਨੇ, ਕਈ ਮਹਿਲਾਵਾਂ ਜਿਹੜੀਆਂ ਨੇ, ਮਾਵਾਂ ਜਿਹੜੀਆਂ ਨੇ, ਆਪਣੇ ਬੱਚਿਆਂ ਦੇ ਪਿਆਰ ਦੇ ਲਈ ਉਹਨਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾ ਵੀ ਰਹੀਆਂ ਨੇ, ਔਰ ਬੜਾ ਸਵਾਦਿਸ਼ਟ ਤਰੀਕੇ ਨਾਲ, ਬੜਾ ਸਜਾ ਕੇ ਬੱਚਿਆਂ ਦੇ ਅੱਗੇ ਪੇਸ਼ ਵੀ ਕਰ ਰਹੀਆਂ ਨੇ। ਬਿਲਕੁਲ। ਮੈਂ ਆਪਣੇ ਤੋਂ ਹੀ ਸ਼ੁਰੂਆਤ ਕਰਨਾ ਚਾਹਾਂਗੀ, ਕਿਉਂਕਿ ਮੇਰੀ ਬੇਟੀ ਨੂੰ ਮੈਂ ਹੁਣੇ ਸਿਖਾਉਣਾ ਸ਼ੁਰੂ ਕੀਤਾ ਹੈ, ਅਤੇ ਸ਼ੀ ਇਜ਼ ਡੂਇੰਗ ਵੰਡਰਸ। ਔਰ ਉਹ ਖੁਦ ਬਣਾ ਰਹੀ ਹੈ, ਖੁਦ ਕੁਛ ਨਾ ਕੁਛ, ਕਿਉਂਕਿ ਨਾ ਜਿੱਦਾਂ ਮੈਂ ਵੀ ਕੰਮ ਕਰਦੀ ਸੀਗੀ ਅਤੇ ਮੇਰੀ ਵੀ ਜੋਬ ਛੁੱਟ ਗਈ, ਅਤੇ ਉਸ ਤੋਂ ਬਾਅਦ ਮੇਰੇ ਬੱਚੇ ਦੇ ਵਰ ਲਾਈਕ ਮਮਾ ਵੀ ਆਰ ਲੱਕੀ, ਯੂ ਆਰ ਵੈਰੀ ਲੱਕੀ ਕਿ ਤੁਸੀਂ ਸਾਡੇ ਨਾਲ ਟਾਈਮ ਸਪੈਂਡ ਕਰ ਰਹੇ ਹੋ। ਔਰ ਉਹ ਕਿੰਨੇ ਖੁਸ਼ ਨੇ, ਔਰ ਉਹਨਾਂ ਨੂੰ ਮੈਂ ਵੀ ਰੋਜ਼ ਨਵੀਂ ਤੋਂ ਨਵੀਂ ਚੀਜ਼ਾਂ ਬਣਾ ਕੇ ਖਵਾ ਰਹੀ ਹਾਂ। ਔਰ ਦੇਖੋ ਨਾ, ਇਹ ਵੀ ਇੱਕ ਇਨੋਵੇਸ਼ਨ ਹੈ, ਇਹ ਵੀ ਇੱਕ ਕ੍ਰੀਏਸ਼ਨ ਹੈ ਨਾ। ਤੁਸੀਂ ਖੁਦ ਆਪਣੇ ਅੰਦਰ ਦਾ ਜਿਹੜਾ ਸੰਜੀਵ ਕਪੂਰ ਨੂੰ ਜਗਾ ਰਹੇ ਹੋ। ਮੇਰੇ ਖਿਆਲ ਨਾਲ ਸਾਰੇ, ਮੈਂ ਦਿਲਜੀਤ ਭਾਜੀ ਨੂੰ ਦੇਖ ਰਿਹਾ, ਦਿਲਜੀਤ ਦੋਸਾਂਝ,
ਉਹਨਾਂ ਨੇ ਇੰਸਟਾਗ੍ਰਾਮ ਤੇ ਰੋਜ਼ ਪਾਉਂਦੇ ਨੇ, ਉਹ ਰੋਜ਼ ਨਵੇਂ ਮੇਰੇ ਕੋਲ ਆ ਜਾਏ ਨਹੀਂ ਪਰ ਮੈਂ ਇਹ ਯੂਜ਼ ਕਰਾਂਗਾ। ਤੇ ਤੁਸੀਂ ਜੋ ਵੀ ਤੁਹਾਡੇ ਘਰ ਵਿੱਚ ਹੈਗਾ ਤੁਸੀਂ ਟਰਾਈ ਕਰੋ, ਹੈ ਨਾ। ਅੱਜ ਤਾਂ ਵੈਸੇ ਵੀ ਗੂਗਲ ਤੇ ਫੇਸਬੁੱਕ ਤੇ ਕਾਫੀ ਕੁਝ ਹੈ, ਤੁਸੀਂ ਉਸ ਨੂੰ ਸਰਚ ਕਰੋ ਔਰ ਤੁਸੀਂ ਬਣਾਓ। ਔਰ ਕੋਈ ਛੋਟੀਆਂ ਰੈਸਿਪੀਜ਼ ਵੀ ਆ, ਅਗਰ ਤੁਸੀਂ ਵੱਡਾ ਖਾਣਾ ਨਹੀਂ ਬਣਾ ਸਕਦੇ, ਛੋਟੀਆਂ ਰੈਸਿਪੀਜ਼ ਵੀ ਆ ਜਿਹਨੂੰ ਤੁਸੀਂ ਐਕਸਪੈਰੀਮੈਂਟ ਦੇ ਤੌਰ ਤੇ ਕਰ ਸਕਦੇ ਹੋ। ਜੀ ਬਿਲਕੁਲ ਐਕਸਪੈਰੀਮੈਂਟ ਕਰੋ, ਖੁਦ ਵੀ ਖਾਓ ਤੇ ਦੂਸਰਿਆਂ ਨੂੰ ਵੀ ਖਵਾਓ। ਤੇ ਯਾ ਦਿਸ ਇਜ਼ ਲਾਈਕ ਇਟਸ ਵੈਰੀ ਨਾਈਸ ਅਗਰ ਤੁਸੀਂ ਕੋਈ ਕ੍ਰੀਏਸ਼ਨ ਆਪਣੇ ਅੰਦਰੋਂ ਹੀ ਕੱਢ ਰਹੇ ਹੋ, ਯੂ ਨੋ। ਅਗਰ ਸਿਰਫ ਤੁਹਾਡੇ ਕੋਲ ਟਮਾਟਰ ਹੈ ਜਾਂ ਪਿਆਜ਼ ਨਹੀਂ ਹੈਗੇ ਤਾਂ ਟਮਾਟਰ ਦੀ ਪਿਓਰੀ ਬਣਾ ਕੇ ਕਿੱਦਾਂ ਤੁਸੀਂ ਉਸਨੂੰ ਉਸ ਚੀਜ਼ ਨੂੰ ਸਵਾਰ ਸਕਦੇ ਹੋ। ਮਤਲਬ ਜ਼ਰੂਰੀ ਨਹੀਂ ਹੈ ਕਿ ਇਹ ਚੀਜ਼ ਉਸ ਤੋਂ ਬਗੈਰ ਵੀ ਅੱਛੀ ਬਣ ਸਕਦੀ ਹੈ। ਜਿਹੜੀ ਰਸੋਈ ਦੀ ਰੈਸਿਪੀ ਹੈ, ਛੋਟੀਆਂ ਰੈਸਿਪੀਜ਼ ਬੱਚਿਆਂ ਨੂੰ ਖੁਸ਼ ਕਰ ਪਾਉਂਦੀਆਂ। ਉਸੇ ਤਰ੍ਹਾਂ ਜਿਹੜੀ ਲਾਈਫ ਦੀ ਰੈਸਿਪੀ ਹੈ ਉਹ ਵੀ ਛੋਟੀਆਂ ਚੀਜ਼ਾਂ ਨਾਲ ਬੜੀ ਸਟਰੋਂਗ ਹੋ ਜਾਂਦੀ ਹੈ। ਰਿਲੇਸ਼ਨਸ਼ਿਪ ਜਿਹੜੀ ਹੈ, ਬਾਊਂਡੇਸ਼ਨ ਜਿਹੜੀ ਹੈ ਉਹ ਬਹੁਤ ਅੱਛੀ ਹੋ ਜਾਂਦੀ ਹੈ। ਕਿਸ ਤਰ੍ਹਾਂ ਨਾਲ ਛੋਟੀਆਂ ਐਗਜ਼ਾਮਪਲਸ ਦੇ ਤੌਰ ਤੇ ਤੁਸੀਂ ਦੱਸੋਗੇ, ਕਿਉਂਕਿ ਹਸਬੈਂਡ ਵਾਈਫ ਦਾ ਜਿਹੜਾ ਰਿਲੇਸ਼ਨ ਹੁੰਦਾ ਹੈ ਜਾਂ ਭੈਣ ਭਰਾ ਦਾ ਜਿਹੜਾ ਰਿਲੇਸ਼ਨ ਹੁੰਦਾ ਹੈ, ਫਾਦਰ ਮਦਰ ਦਾ ਜਿਹੜਾ ਰਿਲੇਸ਼ਨ ਹੁੰਦਾ ਹੈ, ਕਿਤੇ ਨਾ ਕਿਤੇ ਸਾਨੂੰ ਛੋਟੀਆਂ ਰੈਸਿਪੀਜ਼ ਉੱਥੇ ਵੀ ਅਜ਼ਮਾਉਣੀਆਂ ਚਾਹੀਦੀਆਂ। ਛੋਟੀਆਂ ਐਗਜ਼ਾਮਪਲਸ ਦੂਜਿਆਂ ਤੋਂ ਵੀ ਸਾਨੂੰ ਸਿੱਖਣੀਆਂ ਚਾਹੀਦੀਆਂ ਤਾਂ ਕਿ ਸਾਡਾ ਜਿਹੜਾ ਰਿਸ਼ਤਾ ਹੋਰ ਮਜ਼ਬੂਤ ਹੋਏ। ਜੀ ਬਿਲਕੁਲ। ਅੱਜ ਦੇ ਟਾਈਮ ਤੇ ਮੈਂ ਕਹਾਂਗੀ ਕਿ ਇੱਕ ਅਫਰਮੇਸ਼ਨ ਸੈੱਟ ਕਰ ਲਓ। ਅਫਰਮੇਸ਼ਨ ਇਹ ਹੈ ਕਿ ਸਭ ਤੋਂ ਪਹਿਲੇ ਤਾਂ ਆਪਣੇ ਆਪ ਨੂੰ ਤੁਸੀਂ ਤੁਹਾਡਾ ਮਾਈਂਡ ਸਟੇਬਲ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਆਪ ਨੂੰ ਕਹੋ ਕਿ ਯੂ ਆਰ ਪਾਵਰਫੁਲ ਸੋਲ, ਯੂ ਆਰ ਪੀਸਫੁਲ ਸੋਲ, ਤੇ ਤੁਸੀਂ ਫੀਅਰਲੈਸ ਹੋ। ਸਭ ਤੋਂ ਪਹਿਲੇ ਕਿ ਇਹ ਡਰ ਨੂੰ ਪਹਿਲੇ ਕੱਢੋ ਬਾਹਰ, ਕਿਉਂਕਿ ਇਹ ਡਰ ਹੀ ਨਾ, ਦੇਖੋ ਹੁਣ ਅਸੀਂ ਵਾਇਰਸ ਤੋਂ ਤਾਂ ਬਚ ਰਹੇ ਹਾਂ, ਹੈ ਨਾ, ਕਿ ਸਾਨੂੰ ਹੱਥ ਧੋਣੇ ਆ ਜਾਂ ਸਾਨੂੰ ਘਰ ਸਾਫ਼ ਕਰਨਾ ਹੈ। ਪਰ ਤੁਸੀਂ ਘਰ ਵਿੱਚ ਅਗਰ ਚਲੋ ਤੁਸੀਂ ਹੱਥ ਵੀ ਧੋ ਲਿਆ, ਤੁਸੀਂ ਯੂ ਨੋ ਘਰ ਵੀ ਸਾਫ਼ ਕਰ ਲਿਆ, ਪਰ ਉਹਨਾਂ ਵਾਈਬ੍ਰੇਸ਼ਨਸ ਦਾ ਕੀ ਜੋ ਤੁਸੀਂ ਘਰ ਵਿੱਚ ਫੈਲਾ ਰਹੇ ਹੋ, ਤੁਹਾਡੇ ਘਰ ਵਿੱਚ ਉਹੀ ਵਾਈਬ੍ਰੇਸ਼ਨਸ ਰਹਿਣਗੀਆਂ, ਵਾਇਰਸ ਦੀ ਵਾਈਬ੍ਰੇਸ਼ਨਸ ਰਹਿਣਗੀਆਂ। ਬਾਹਰੋਂ ਕੋਈ ਐਂਟਰ ਕਰੇਗਾ ਉਹਨੂੰ ਵੀ ਯੂ ਨੋ ਅਟੈਕ ਕਰੇਗੀ ਉਹ ਚੀਜ਼, ਤੇ ਉਹ ਜਦ ਬਾਹਰ ਜਾਏਗਾ ਉਹ ਆਪਣੇ ਘਰ ਜਾਏਗਾ, ਮੈਂ ਤਾਂ ਠੀਕ ਸੀਗਾ ਹੁਣੇ, ਮੈਨੂੰ ਕੀ ਹੋ ਗਿਆ ਅਚਾਨਕ, ਫਿਰ ਉਹਨਾਂ ਦੇ ਘਰ ਨੂੰ ਅਟੈਕ। ਮਤਲਬ ਕਿ ਇੱਦਾਂ ਹੀ ਹੈ ਕਿ ਸਭ ਤੋਂ ਪਹਿਲੇ ਇਹ ਜਿਹੜੀਆਂ ਵਾਈਬ੍ਰੇਸ਼ਨਸ ਦੀ ਤੁਸੀਂ ਗੱਲ ਕਰੋ, ਇਹ ਕਰੋਨਾ ਵਾਇਰਸ ਨਹੀਂ ਬਲਕਿ ਨੈਗੇਟਿਵ ਵਾਈਬ੍ਰੇਸ਼ਨਸ ਜਿਹੜੀਆਂ ਘਰ ਵਿੱਚ ਫੈਲ ਰਹੀਆਂ ਤੁਹਾਡੇ ਪ੍ਰਤੀ। ਬਿਲਕੁਲ, ਕਿਉਂਕਿ ਦੇਖੋ ਹੁਣ ਸਿਰਫ ਅਸੀਂ ਅਟੈਕ ਨਹੀਂ ਹੋ ਰਿਹਾ, ਅਸੀਂ ਬੋਲ ਰਹੇ ਹਾਂ ਕਿ ਅਸੀਂ ਹੱਥ ਧੋ ਰਹੇ ਹਾਂ ਪਰ ਅਸੀਂ ਘਰ ਵੀ ਸਾਫ਼ ਕਰ ਰਹੇ ਹਾਂ, ਫਿਰ ਵੀ ਮੇਰਾ ਮਨ ਕਿਉਂ ਨਹੀਂ ਠੀਕ ਹੋ ਰਿਹਾ? ਕਿਉਂਕਿ ਤੁਹਾਡਾ ਮਨ ਠੀਕ ਹੈ ਹੀ ਨਹੀਂ, ਤੁਸੀਂ ਠੀਕ ਕਰਨਾ ਹੀ ਨਹੀਂ ਚਾਹੁੰਦੇ ਹੋ। ਤੁਸੀਂ ਉਸਨੂੰ ਕੱਢੋ ਬਾਹਰ, ਉਸ ਚੀਜ਼ ਨੂੰ ਪਹਿਲੇ ਤਾਂ ਉਸਦਾ ਨਾਂ ਨਾ ਲਓ, ਉਸ ਨਾਂ ਨੂੰ ਤੁਸੀਂ ਖ਼ਤਮ ਕਰੋ, 100% ਖ਼ਤਮ ਕਰ ਦਿਓ। ਉਹ ਖ਼ਤਮ ਹੋਣੀ ਹੀ ਹੈ ਚੀਜ਼। ਅਤੇ ਉਸ ਤੋਂ ਬਾਅਦ ਤੁਸੀਂ ਅਗਰ ਦੇਖੋ ਤੁਸੀਂ ਉਸਦਾ ਨਾਂ ਲੈ ਰਹੇ ਹੋ, ਵਾਈਬ੍ਰੇਸ਼ਨਸ ਹੈ ਪੂਰੇ, ਯੂ ਨੋ ਤੁਹਾਨੂੰ ਇਹ ਕਰਨਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਵੀ ਵਾਈਬ੍ਰੇਸ਼ਨਸ ਪਾ ਰਹੇ ਹੋ। ਉਹ ਵਾਈਬ੍ਰੇਸ਼ਨਸ ਤੁਹਾਡੇ ਘਰ ਨੂੰ ਅਟੈਕ ਕਰਕੇ ਘਰ ਨੂੰ ਆਲੇ ਦੁਆਲੇ ਜਿਹੜਾ ਸਾਡਾ ਯੂ ਨੋ ਐਟਮੋਸਫੇਅਰ, ਮਾਹੌਲ, ਐਨਵਾਇਰਨਮੈਂਟ ਖਰਾਬ ਹੁੰਦਾ ਹੈ। ਫਿਰ ਤੁਸੀਂ ਦੇਖੋ ਕਿ ਸਾਡੇ ਪੂਰੇ ਵਰਲਡ ਵਿੱਚ ਵੀ ਜਾਂਦਾ ਹੈ, ਯੂ ਨੋ। ਹੁਣ ਇਹਨੂੰ ਕਹਿੰਦੇ ਕਲੈਕਟਿਵ ਕੌਨਸ਼ੀਅਸਨੈਸ। ਹੁਣ ਕਲੈਕਟਿਵ ਕੌਨਸ਼ੀਅਸਨੈਸ, ਹੁਣ ਸਪੋਜ਼ ਸਾਨੂੰ ਕੋਈ ਮੈਸੇਜ ਆਇਆ ਕਿ ਸਾਡਾ ਫਲਾਣਾ ਕੋਈ ਰਿਲੇਸ਼ਨ ਵਿੱਚ ਕੋਈ ਬਿਮਾਰ ਹੈ, ਅਸੀਂ ਉਹਨਾਂ ਲਈ ਅਰਦਾਸ ਕਰਦੇ ਹਾਂ ਸਾਰੇ ਜਣੇ। ਜਦੋਂ ਅਰਦਾਸ ਕਰਦੇ ਹਾਂ ਦੈਟ ਇਜ਼ ਕਾਲ ਕਲੈਕਟਿਵ ਕੌਨਸ਼ੀਅਸਨੈਸ। ਇਕੱਠੇ ਹੋ ਕੇ ਜਦੋਂ ਕਰਦੇ ਆ ਨਾ, ਤੇ ਉਹ ਜ਼ਰੂਰ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਉਹ ਜ਼ਰੂਰ ਮਿਰੈਕਲਸ ਕਰਦੀ ਹੈ। ਤਾਂ ਆਪਾਂ ਕਿਉਂ ਨਾ ਇੱਕ ਪਾਵਰਫੁਲ ਹੋ ਕੇ ਸਾਰੇ ਜਣੇ ਇਹੀ ਸੋਚੀਏ ਕਿ ਇਹ ਚੀਜ਼ ਖਤਮ ਹੋ ਗਈ ਹੈ ਅਤੇ ਅਸੀਂ ਪਾਵਰਫੁਲ ਹਾਂ, ਅਸੀਂ ਸਟਰੋਂਗ ਹਾਂ, ਸਾਨੂੰ ਕੋਈ ਕੁਝ ਚੀਜ਼ ਅਟੈਕ ਨਹੀਂ ਕਰੇਗੀ। ਅਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਬੰਦਿਸ਼ ਸਮਝ ਰਹੇ ਹਾਂ ਕਿ ਅਸੀਂ ਹੁਣ ਹਸਬੈਂਡ ਵਾਈਫ ਵੀ ਯੂ ਨੋ ਥੋੜ੍ਹਾ ਕੌਨਫਲਿਕਟਸ ਹੋਣੇ ਸ਼ੁਰੂ ਹੋ ਜਾਂਦੇ ਹੈ ਕਿ ਤੁਸੀਂ ਬਸ ਮੈਂ ਹੁਣ ਇਹ ਕੰਮ ਲਈ ਰਹਿ ਗਿਆ, ਤੁਸੀਂ ਰੋਟੀ ਬਣਵਾ ਲਓ, ਤੁਸੀਂ ਇਹ ਕਰ ਲਓ, ਤੁਸੀਂ ਮੈਨੂੰ ਟਾਈਮ ਨਹੀਂ ਮਿਲ ਰਿਹਾ। ਕੋਈ ਇੱਦਾਂ ਵੀ ਪਰੇਸ਼ਾਨ ਹੈ, ਮੈਨੂੰ ਇੱਦਾਂ ਵੀ ਮੈਸੇਜਸ ਆਉਂਦੇ ਨੇ। ਪਰ ਮੈਂ ਉਹਨਾਂ ਨੂੰ ਕਹਿੰਦੀ ਹਾਂ ਨਹੀਂ, ਤੁਸੀਂ ਇੱਦਾਂ ਨਹੀਂ ਸੋਚੋ। ਠੀਕ ਹੈ, ਤੁਸੀਂ ਅਗਰ ਤੁਹਾਨੂੰ ਐਵੇਂ ਲੱਗ ਰਿਹਾ ਕਿ ਤੁਸੀਂ ਇਕੱਲੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲਗਾ ਲਓ, ਜਾਂ ਤੁਸੀਂ ਆਪਣੇ ਹਸਬੈਂਡ ਨੂੰ ਬੋਲੋ ਕਿ ਚਲੋ ਆਪਾਂ ਦੋਵੇਂ ਇਕੱਠੇ ਹੋ ਕੇ ਮਿਲ ਕੇ ਬਣਾਉਂਦੇ ਆ, ਹੈ ਨਾ, ਦੈਟ ਇਜ਼ ਗ੍ਰੇਟ। ਤੁਸੀਂ ਆਪਣੇ ਹਸਬੈਂਡ ਨੂੰ ਵੀ ਕਹੋ, ਉਹਨਾਂ ਨੂੰ ਕੁਛ ਨਹੀਂ ਆਉਂਦਾ ਹੋਏਗਾ, ਉਹ ਚਲੋ ਤੁਸੀਂ ਪਿਆਜ਼ ਕੱਟ ਦਿਓ, ਮੈਂ ਜਦ ਤੱਕ ਯੂ ਨੋ ਇੱਕ ਇਹ ਹੈਗੇ, ਇਹ ਇੱਕ ਟਾਈਮ ਹੈ ਟੂਗੈਦਰਨੈਸ, ਯੂ ਨੋ ਆਪਾਂ ਇਕੱਠੇ ਹੋ ਕੇ ਕੰਮ ਕਰਨ ਦਾ ਟਾਈਮ ਹੈ। ਅੱਜ ਤੁਸੀਂ ਹਮੇਸ਼ਾ ਕਾਉਂਸਲਿੰਗ ਪਹਿਲਾਂ ਵੀ ਕਰਦੇ ਰਹੇ ਹੋ, ਔਰ ਅੱਜ ਅਸੀਂ ਇਸ ਸਮੇਂ ਅਮਰੀਕਾ ਦੀ ਧਰਤੀ 'ਤੇ ਬੈਠੇ ਹਾਂ। ਅਮਰੀਕਾ ਇੱਕ ਬਹੁਤ ਹੀ ਖੁੱਲ੍ਹਾ ਦੇਸ਼ ਹੈ, ਇੱਕ ਖੁੱਲ੍ਹੀ ਸੋਚ ਵਾਲਾ ਦੇਸ਼ ਹੈ। ਕਿਸ ਤਰ੍ਹਾਂ ਦੀਆਂ ਕਾਉਂਸਲਿੰਗ ਦੇ ਸਵਾਲ ਤੁਹਾਡੇ ਕੋਲ ਆਉਂਦੇ ਹੈ, ਕਿਉਂਕਿ ਪਹਿਲਾਂ ਦੇ ਸਵਾਲ ਔਰ ਅੱਜ ਦੇ ਸਵਾਲਾਂ 'ਚ ਤੁਸੀਂ ਫ਼ਰਕ ਮਹਿਸੂਸ ਕਰ ਰਹੇ ਹੋ? ਜੀ ਬਹੁਤ ਜ਼ਿਆਦਾ। ਮੈਨੂੰ ਇੰਡੀਆ ਤੋਂ ਹੀ, ਕਿਉਂਕਿ ਮੇਰਾ ਆਫਿਸ ਸੀਗਾ ਉੱਥੇ, ਅਤੇ ਮੇਰੇ ਜਿੰਨੇ ਕਲਾਇੰਟਸ, ਮੇਰੇ ਫਰੈਂਡਸ, ਮੇਰੇ ਰਿਲੇਟਿਵਸ, ਉਹ ਉੱਥੋਂ ਮੈਨੂੰ ਮੈਸੇਜਿਸ ਕਰ ਰਹੇ ਨੇ ਕਿ ਸਾਨੂੰ ਦੱਸ ਕੇ ਇਹ ਕਦੋਂ ਖ਼ਤਮ ਹੋਏਗਾ। ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਬੋਲਿਆ ਕਿ ਦੇਖੋ ਮੈਂ ਰੱਬ ਨਹੀਂ ਹੈ, ਰਾਈਟ, ਜੋ ਵੀ ਹੈ ਇਹ ਦਿਸ ਇਜ਼ ਗੋਡਸ ਕਾਲ, ਹੈ ਨਾ, ਗੋਡਸ ਕਾਲ ਹੈ।
ਇਹ ਨਹੀਂ ਹੈ ਕਿ ਉਹਦਾ ਟਾਈਮ ਤੇ ਹਰ ਵਕਤ ਹੀ ਹੈ, ਇਹ ਨਹੀਂ ਹੈ ਕਿ ਅੱਜ ਹੀ ਆਇਆ ਟਾਈਮ। ਸਾਨੂੰ ਅੱਜ ਰਿਅਲਾਈਜ਼ ਹੋਇਆ ਕਿਉਂਕਿ ਉਹਨਾਂ ਨੇ ਬੋਲਾ ਕਿ ਹੁਣ ਘਰ ਬੈਠੋ, ਹੈ ਨਾ। ਤੇ ਉਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਦੱਸੋ ਅਸੀਂ ਕੀ ਕਰੀਏ। ਅਸੀਂ ਮੈਡੀਟੇਸ਼ਨ, ਫਿਰ ਮੈਂ ਕੀ ਕਰਦੀ ਹਾਂ ਉਹਨਾਂ ਦੇ ਨਾਲ, ਅਸੀਂ ਮੈਡੀਟੇਸ਼ਨ ਕਰਦੇ ਹਾਂ ਵੀਡੀਓ ਕਾਲ ਤੇ ਮੈਂ ਉਹਨਾਂ ਨੂੰ ਮੈਡੀਟੇਸ਼ਨ ਜਿਹੜਾ ਮੇਰੇ ਕੋਲ ਮਿਊਜ਼ਿਕ ਜਿਹੜਾ ਮੈਂ ਖੁਦ ਬਣਾਇਆ, ਤੇ ਅਸੀਂ ਅੱਧੇ ਘੰਟੇ ਲਈ ਅਸੀਂ ਬਹਿੰਦੇ ਹਾਂ ਤੇ ਅਸੀਂ ਉਹ ਸਾਰਾ ਗਰੁੱਪ ਕਰਦੇ ਹਾਂ। ਤੇ ਫਿਰ ਇੱਦਾਂ ਦੇ ਮੈਸੇਜਸ ਆਉਂਦੇ ਨੇ, ਫਿਰ ਉਹ ਬੋਲਦੇ ਨੇ ਕਿ ਇੰਨਾ ਬਹੁਤ ਮੁਸ਼ਕਿਲ ਹੈ ਪੂਰਾ ਟਾਈਮ ਘਰ ਬੈਠੇ ਰਹਿਣਾ। ਔਰ ਕਿਉਂਕਿ ਕਿਸੇ ਦੀ ਰਿਲੇਸ਼ਨ ਜਿੱਦਾਂ ਆਲਰੇਡੀ ਟੁੱਟੇ ਹੋਏ ਨੇ, ਜਿੱਦਾਂ ਹਸਬੈਂਡ ਵਾਈਫ ਆਲਰੇਡੀ ਪਹਿਲੇ ਤੋਂ ਟੁੱਟੇ ਹੋਏ ਨੇ, ਅੱਜ ਤੋਂ ਨਹੀਂ, ਤੇ ਉਹਨਾਂ ਦਾ ਵੀ। ਤੇ ਫਿਰ ਮੇਰੇ ਫਰੈਂਡਸ ਬੋਲਦੇ ਕਿ ਹੁਣ ਕੀ ਕਰੀਏ, ਇਹਨੂੰ ਤਾਂ ਚੱਲਣਾ ਹੀ ਬੜਾ ਮੁਸ਼ਕਿਲ ਹੈ ਨਾ। ਤੇ ਫਿਰ ਉੱਥੇ ਵੀ ਬੜਾ ਔਖਾ ਹੁੰਦਾ। ਤੇ ਉਹਨਾਂ ਨੂੰ ਮੈਂ ਇਹੀ ਬੋਲਦੀ ਹਾਂ ਕਿ ਤੁਸੀਂ ਇਸ ਟਾਈਮ 'ਤੇ ਸਿਰਫ ਪਾਵਰਫੁਲ ਰਹੋ, ਪੀਸਫੁਲ ਰਹੋ। ਇਹ ਟਾਈਮ ਸਿਰਫ ਸ਼ਾਂਤ ਹੁੰਦਾ ਹੈ। ਠੀਕ ਹੈ, ਅਸੀਂ ਉਸ ਚੀਜ਼ ਤੋਂ ਭੱਜ ਨਹੀਂ ਸਕਦੇ ਹਾਂ, ਵੀ ਕੈਨੋਟ ਰਨ, ਯੂ ਨੋ, ਅਸੀਂ ਕਿੱਥੇ ਭੱਜ ਕੇ ਜਾਵਾਂਗੇ ਵੀ ਕਿੱਥੇ। ਤੇ ਸਾਨੂੰ ਇਹ ਹੈ ਕਿ ਅਗਰ ਉਹ ਚੀਜ਼ ਅਸੀਂ ਹੱਸ ਕੇ ਵੀ ਕਰਨੀ ਹੈ ਤੇ ਅਸੀਂ ਰੋ ਕੇ ਵੀ ਕਰਨੀ ਹੈ, ਤਾਂ ਕਿਉਂ ਨਾ ਤੁਸੀਂ ਸ਼ਾਂਤ ਹੋ ਕੇ ਤੁਸੀਂ ਹਰ ਚੀਜ਼ ਨੂੰ ਪੀਸਫੁਲੀ ਕਰੋ, ਸ਼ਾਂਤੀ ਨਾਲ ਕਰੋ। ਮੈਂ ਤਾਂ ਇਹੀ ਕਹਿੰਦੀ ਹਾਂ। ਹਾਂਜੀ, ਕਈ ਐਸੀਆਂ ਜੌਬਸ ਨੇ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਜੌਬ ਦੇ ਜ਼ਰੀਏ ਕੀ ਕੰਮ ਕਰ ਸਕਦੇ ਹਾਂ। ਮੈਂ ਬਹੁਤ ਹੁਣੇ ਰੀਸੈਂਟਲੀ ਪੜ੍ਹ ਰਿਹਾ ਸੀਗਾ ਕਿ ਕਈ ਫੈਸ਼ਨ ਡਿਜ਼ਾਈਨਰਸ ਹੈ। ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਫੈਸ਼ਨ ਡਿਜ਼ਾਈਨਰਸ ਅੱਜ ਦੇ ਸਮੇਂ ਉਹਨਾਂ ਦਾ ਕੰਮ ਬਿਲਕੁਲ ਬੰਦ ਹੋ ਗਿਆ। ਕੋਈ ਸ਼ਾਪਿੰਗ ਨਹੀਂ ਕਰ ਰਿਹਾ, ਕੋਈ ਮਾਡਲਿੰਗ ਸ਼ੋਜ਼ ਨਹੀਂ ਹੋ ਰਹੇ, ਜਾਂ ਕੋਈ ਨਵੇਂ ਕੱਪੜੇ ਤਿਆਰ ਨਹੀਂ ਹੋ ਰਹੇ। ਪਰ ਉਹਨਾਂ ਨੇ ਕੀ ਸੋਚਿਆ? ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਸਾਡੀ ਜਿਹੜੀ ਟੀਮ ਹੈ ਮਾਸਕ ਬਣਾਏ। ਅਸੀਂ ਉਹਨਾਂ ਨੇ ਮਾਸਕ ਬਣਾਉਣੇ ਸ਼ੁਰੂ ਕੀਤੇ, ਔਰ ਉਸ ਤੋਂ ਬਾਅਦ ਉਹਨਾਂ ਨੇ ਗਰੀਬ ਲੋਕਾਂ ਵਿੱਚ ਵੰਡਣੇ ਸ਼ੁਰੂ ਕੀਤੇ। ਉਸ ਜਗ੍ਹਾ 'ਤੇ ਜਾ ਕੇ ਵੰਡਣੇ ਸ਼ੁਰੂ ਕੀਤੇ ਜਿੱਥੇ ਸਰਕਾਰ ਚਾਹੁੰਦੀ ਸੀ ਕਿ ਇਹਨਾਂ ਲੋਕਾਂ ਨੂੰ ਦਿੱਤੇ ਜਾਣੇ ਬੜੇ ਜ਼ਰੂਰੀ ਆ ਮਾਸਕ। ਸੋ ਉਹਨਾਂ ਨੇ ਆਪਣੀ ਜੌਬ ਨੂੰ ਯੂਟਿਲਾਈਜ਼ ਕਰਨਾ ਸ਼ੁਰੂ ਕੀਤਾ। ਇਹ ਇੱਕ ਪੋਜ਼ੀਟਿਵ ਸੋਚ ਹੈ, ਇੱਕ ਅਜਿਹੀ ਸੋਚ ਹੈ ਜੋ ਦੂਜਿਆਂ ਨਾਲੋਂ ਸਾਨੂੰ ਵੱਖ ਕਰਦੀ ਹੈ। ਅਸੀਂ ਹਮੇਸ਼ਾ ਆਊਟ ਆਫ ਦਾ ਬਾਕਸ ਜਾ ਕੇ ਜਦੋਂ ਸੋਚਦੇ ਹਾਂ ਤਾਂ ਸਾਨੂੰ ਕਿਤੇ ਨਾ ਕਿਤੇ ਉਹਦੇ ਪੋਜ਼ੀਟਿਵ ਰਿਜ਼ਲਟਸ ਮਿਲਦੇ ਹਨ। ਹਾਂਜੀ, ਮੈਂ ਉਹੀ ਕਹਿ ਰਹੀ ਹਾਂ ਨਾ ਕਿ ਤੁਸੀਂ ਜਦੋਂ ਆਪਣੇ ਆਪ ਨਾਲ ਟਾਈਮ ਬਿਤਾਓਗੇ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਨਾ ਕਿ ਸਾਨੂੰ ਕੀ ਵੱਖਰਾ ਕਰਨਾ ਹੈ। ਪਰ ਅਸੀਂ ਸੋਚ ਹੀ ਨਹੀਂ ਰਹੇ, ਅਸੀਂ ਉਹੀ ਚੀਜ਼ ਨੂੰ ਸੋਚੀ ਜਾ ਰਹੇ ਹਾਂ, ਹੈ ਨਾ। ਵਾਇਰਸ ਹੈ, ਵਾਇਰਸ ਹੈ, ਵਾਇਰਸ ਹੈ, ਨਹੀਂ ਸੋਚਣਾ ਹੈ ਉਸ ਚੀਜ਼ ਨੂੰ, ਉਸ ਨੂੰ ਹਟਾ ਦਿਓ। ਉਸ ਤੋਂ ਇਲਾਵਾ ਵੀ ਬਹੁਤ ਬਿਮਾਰੀਆਂ ਨੇ। ਆਪਾਂ ਜੋ ਚਲੋ ਵਾਇਰਸ ਅਟੈਕ ਨਹੀਂ ਹੋ ਰਿਹਾ, ਪਰ ਆਪਣੇ ਅੰਦਰੋਂ ਹੋਰ ਬਿਮਾਰੀ ਪੈਦਾ ਕਰ ਲਾਂਗੇ। ਤੇ ਇਸ ਕਰਕੇ ਜਿੱਦਾਂ ਤੁਸੀਂ ਕਹਿ ਕੇ ਫੈਸ਼ਨ ਡਿਜ਼ਾਈਨਰਸ ਨੇ, ਕਿਉਂਕਿ ਉਹ ਸੋਚ ਰਹੇ ਨੇ ਨਾ, ਉਹ ਆਪਣਾ ਦਿਮਾਗ ਉਸ ਪਾਸੇ ਲਗਾ ਰਹੇ ਨੇ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ। ਹੁਣ ਇਹ ਟਾਈਮ ਇੱਦਾਂ ਤਾਂ ਨਹੀਂ ਹੈ ਕਿ ਇਹਨੇ ਬੰਦ ਹੀ ਰਹਿਣਾ ਹੈ ਪੂਰਾ ਟਾਈਮ, ਇਹਨੇ ਖੁੱਲ੍ਹਣਾ ਵੀ ਹੈ। ਹੁਣ 1 ਮਹੀਨੇ ਬਾਅਦ ਨਹੀਂ, 2 ਮਹੀਨੇ ਬਾਅਦ ਖੁੱਲ੍ਹ ਜਾਏਗਾ। ਤਦ ਤੱਕ ਤੁਸੀਂ ਆਪਣੇ ਆਈਡੀਆਜ਼ ਕਲੈਕਟ ਕਰੋ, ਤੁਸੀਂ ਸੋਚੋ, ਤੁਸੀਂ ਆਪਣੀ ਟੀਮ ਨਾਲ ਬੈਠ ਕੇ ਸੋਚੋ ਕਿ ਅਸੀਂ ਕੀ ਕਰ ਸਕਦੇ ਹਾਂ, ਕੀ ਨਵਾਂ ਕਰ ਸਕਦੇ ਹਾਂ। ਜਿੱਦਾਂ ਹੁਣ ਮੈਂ ਮੈਡੀਟੇਸ਼ਨ ਦਿੰਦੀ ਹਾਂ ਸਾਰਿਆਂ ਨੂੰ, ਸਵੇਰੇ ਦਿੰਦੀ ਹਾਂ 7:30 ਤੋਂ 8:30, ਤੇ ਉਦੋਂ ਸਾਰੇ ਹੁੰਦੇ ਨੇ, ਅਸੀਂ ਸਾਰੇ ਇੱਕ ਗਰੁੱਪ 'ਚ ਅਸੀਂ ਜੁਆਇਨ ਕਰ ਲੈਂਦੇ ਹਾਂ। ਅਤੇ ਤੁਸੀਂ ਮਤਲਬ ਹੁਣ ਉਹ ਕਹਿ ਰਹੇ ਕਿ ਸਾਡੀ ਕਾਉਂਸਲਿੰਗ ਕਰਤੇ, ਮੈਂ ਬੋਲਿਆ ਚਲੋ ਇੱਕ ਮੈਡੀਟੇਸ਼ਨ ਕਰਦੇ ਹਾਂ ਕਿ ਯੂ ਨੋ ਇੱਕ ਪਾਵਰ ਸਾਨੂੰ ਮਿਲਦੀ ਹੈ, ਸਾਡਾ ਔਰਾ ਕਲੀਅਰ ਹੁੰਦਾ ਹੈ, ਸਾਡੇ ਆਸ-ਪਾਸ ਦਾ ਔਰਾ ਕਲੀਅਰ ਹੁੰਦਾ ਹੈ ਸਾਡਾ। ਅਸੀਂ ਇਹੀ ਚਾਹੁੰਦੇ ਕਿ ਸਾਡਾ ਵਿਸ਼ਵ ਵੀ ਠੀਕ ਹੋਵੇ। ਅਤੇ ਤੁਸੀਂ ਆਪਣੇ ਆਪ 'ਚ ਬੈਠ ਕੇ ਜੇ ਤੁਸੀਂ ਮੈਡੀਟੇਸ਼ਨ ਕਰੋਗੇ ਨਾ, ਤਾਂ ਤੁਹਾਨੂੰ ਆਟੋਮੈਟਿਕਲੀ ਬਹੁਤ ਸਾਰੇ ਆਈਡੀਆਜ਼ ਖੁਦ ਬ ਖੁਦ ਆਉਣੇ ਸ਼ੁਰੂ ਹੋ ਜਾਣਗੇ। ਔਰ ਉਹਦੇ ਵਿੱਚ ਹੀ ਆਈਡੀਆਜ਼ ਵਿੱਚ ਹੀ ਗੱਲ ਕਰੀਏ ਤਾਂ ਫੇਸਬੁੱਕ ਵਿੱਚ ਅੱਜ ਕੱਲ੍ਹ ਬਹੁਤ ਸਾਰੇ ਚੈਲੰਜਸ ਸ਼ੁਰੂ ਹੋਏ ਹਨ। ਕੁੜੀਆਂ ਨੇ ਸ਼ੁਰੂ ਕੀਤਾ ਹੋਇਆ ਕਿ ਤੁਸੀਂ ਘਰ ਵਿੱਚ ਕਿਸ ਤਰ੍ਹਾਂ ਬੈਟਰ ਬਿਲਕੁਲ ਤਿਆਰ ਹੋ ਕੇ ਆਪਣੀ ਫੋਟੋ ਖਿੱਚ ਕੇ ਤੁਸੀਂ ਫੇਸਬੁੱਕ 'ਤੇ ਪਾਓ। ਬੱਚਿਆਂ ਦੇ ਨਾਲ ਕੁਇਜ਼ ਗੇਮਸ ਹੈਗੀਆਂ, ਹੋਰ ਵੀ ਇਸ ਤਰ੍ਹਾਂ ਦੇ ਕਈ ਚੈਲੰਜਸ ਹੈਗੇ। ਤੁਸੀਂ ਉਹਨਾਂ ਚੈਲੰਜਸ ਦਾ ਪਾਰਟ ਬਣ ਸਕਦੇ ਹੋ ਔਰ ਆਪਣੀ ਲਾਈਫ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹੋ। ਬਣਾਓ, ਖੁਸ਼ ਰਹੋ। ਮੈਂ ਤੁਹਾਨੂੰ ਆਪਣਾ ਹੀ ਦੱਸਦੀ ਹਾਂ, ਜਦੋਂ ਇਹ ਸਭ ਸ਼ੁਰੂ ਹੋਇਆ ਤੇ ਮੈਂ ਵੀ ਇੱਕ ਦਿਨ ਬੜਾ ਬੋਰ ਹੋ ਗਈ ਹੈ ਨਾ, ਤੇ ਮੈਂ ਵੀ ਇੱਕਦਮ ਰੈਡੀ ਹੋ ਕੇ ਤਿਆਰ ਹੋ ਕੇ ਫਿਰ ਗਾਣਾ ਗਾਇਆ, ਫਿਰ ਮੈਂ ਡਾਂਸ ਕੀਤਾ। ਐਂਡ ਫਿਰ ਜਿੱਦਾਂ ਤੁਸੀਂ ਚੈਲੰਜਸ ਕਹਿ ਰਹੇ ਸੀ ਤੇ ਉਹ ਵੀ ਮੈਂ ਐਕਸੈਪਟ ਕੀਤਾ। ਤੇ WhatsApp 'ਤੇ ਸਾਰੇ ਫਿਰ ਮੈਨੂੰ ਨਾ ਇੱਕ, ਕਿਉਂਕਿ ਦੇਖੋ ਕਿੱਥੇ ਤੁਹਾਨੂੰ ਖੁਸ਼ ਲੋਕ ਵੀ ਮਿਲਣਗੇ ਤੇ ਕਿਤੇ ਨੈਗੇਟਿਵ ਵੀ। ਤੇ ਉਹਨਾਂ ਨੇ ਮੈਨੂੰ ਬੋਲਿਆ ਕਿ ਐਦਾਂ ਦਾ ਕੰਮ ਚੱਲ ਰਿਹਾ ਔਰ ਤੂੰ ਐਦਾਂ ਕਰ ਰਹੀ ਹੈ। ਤੇ ਫਿਰ ਮੈਂ ਉਹਨੂੰ ਬੋਲਿਆ ਦੇਖੋ, ਖੁਸ਼ ਰਹੋ ਤੇ ਆਸ-ਪਾਸ ਦੇ এনवायरमेंट ਨੂੰ ਵੀ ਖੁਸ਼ ਰੱਖੋ, ਹੈ ਨਾ। ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਨਹੀਂ ਪਤਾ, ਨੌਲੇਜ ਹੈਗੀ ਹੈ, ਨੌਲੇਜ ਰੱਖਣੀ ਬਹੁਤ ਜ਼ਰੂਰੀ ਹੈ। ਕਿ ਇਹ ਜ਼ਰੂਰੀ ਨਹੀਂ ਹੈ ਕਿ 400 ਬੰਦਾ ਮਰ ਗਿਆ ਜਾਂ ਇੰਨੇ ਕੇਸਿਸ ਹੋ ਗਏ ਜਾਂ ਇਸ ਸਟੇਟ ਵਿੱਚ ਇੰਨਾ ਹੋ ਗਿਆ, ਜ਼ਰੂਰਤ ਹੀ ਨਹੀਂ ਹੈ। ਤੇ ਤੁਸੀਂ ਅਗਰ ਚੈਲੰਜਸ ਹੈਗੇ ਹੈ ਤੇ ਵੈਰੀ ਗੁੱਡ, ਮੈਂ ਵੀ ਐਕਸੈਪਟ ਕੀਤਾ। ਅਸੀਂ ਵੀ ਤਿਆਰ ਹੋ ਕੇ ਅਸੀਂ ਆਪਣੀ ਭੈਣਾਂ ਦੀ ਫੋਟੋਆਂ ਚੜਾਈਆਂ, ਮੰਮੀ ਦੀ ਫੋਟੋਆਂ ਚੜਾਈਆਂ ਤੇ ਮੇਰੇ ਫਰੈਂਡਸ ਦੇ ਕਿ ਯੂ ਨੋ एक्सेप्ट करो, खुश रहो। वेरी नाइस, मैनू तो बहुत अच्छा लग रहा है, मैनू भी एंटरटेनिंग लग रहा है। ਤੁਹਾਡਾ ਦਿਮਾਗ ਉਸ ਚੀਜ਼ ਤੋਂ ਪਰਾਂ ਜਾਏਗਾ।
ਬਿਲਕੁਲ ਦੇਖੋ ਸਾਨੂੰ ਬਿਲਕੁਲ ਸਿੰਪੈਥੀ ਹੈ ਉਹਨਾਂ ਘਰਾਂ ਦੇ ਨਾਲ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁਝ ਰਹੇ ਨੇ ਅੱਜ ਕਰੋਨਾ ਵਾਇਰਸ ਕਰਕੇ। ਅਸੀਂ ਉਹਨਾਂ ਦੇ ਨਾਲ ਪੂਰੀ ਸਿੰਪੈਥੀ ਹੈ ਸਾਡੀ, ਪਰ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਵੀ ਬਚਾਉਣਾ ਹੈ। ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ? ਆਪਣੇ ਆਪ ਨੂੰ ਘਰ ਵਿੱਚ ਰਹਿ ਕੇ ਬਚਾ ਸਕਦੇ ਹਾਂ। ਅਸੀਂ ਵੀ ਜਦੋਂ ਅੱਜ ਅਸੀਂ ਇੱਥੇ ਮਿਲ ਰਹੇ ਹਾਂ, ਅਸੀਂ ਪੂਰੇ ਪ੍ਰੀਕਾਸ਼ਨਸ ਲੈ ਕੇ ਇੱਕ ਦੂਜੇ ਨੂੰ ਪੁੱਛ ਕੇ ਕਿ ਕਿਸੇ ਸਾਨੂੰ ਇੱਕ ਦੂਜੇ ਨੂੰ ਸਿੰਪਟਮਸ ਤਾਂ ਨਹੀਂ ਹੈ ਕਿਸੇ ਤਰੀਕੇ ਦੇ ਨਾਲ, ਉਸ ਤੋਂ ਬਾਅਦ ਹੀ ਅਸੀਂ ਮਿਲਣ ਦਾ ਫੈਸਲਾ ਕੀਤਾ ਔਰ ਅੱਜ ਅਸੀਂ ਤੁਹਾਡੇ ਰੂਬਰੂ ਆਏ, ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਗੱਲਾਂ ਨੇ ਤੁਹਾਡੇ ਤੱਕ ਇੱਕ ਪੋਜ਼ਿਟਿਵ ਇੰਪੈਕਟ ਪਾਉਣ, ਸਾਡਾ ਮਕਸਦ ਉੱਥੇ ਪੂਰਾ ਹੋ ਜਾਂਦਾ ਹੈ। ਕਿਉਂ ਅਵਿਨਾਸ਼ ਕੌਰ ਜੀ? ਬਿਲਕੁਲ ਬਿਲਕੁਲ ਸਾਡੇ ਬਿਲਕੁਲ ਜਿਨ੍ਹਾਂ ਨੂੰ ਅਗਰ ਇਹ ਹੈਗਾ ਵੀ ਹੈ ਵਾਇਰਸ ਜਾਂ ਜਿਨ੍ਹਾਂ ਦੇ ਘਰ ਇੱਦਾਂ ਵੀ ਮਤਲਬ ਚਿਰਾਗ ਬੁਝ ਗਏ ਨੇ, ਜਾਂ ਅਸੀਂ ਉਹਨਾਂ ਲਈ ਅਰਦਾਸ ਕਰ ਸਕਦੇ ਹਾਂ। ਅਤੇ ਜਿਨ੍ਹਾਂ ਨੂੰ ਵਾਇਰਸ ਹੈ ਉਹ ਵੀ ਸਗੋਂ ਇਸ ਚੀਜ਼ ਨੂੰ, ਹੁਣ ਤੁਸੀਂ ਇਮਿਊਨ ਸਿਸਟਮ ਨੂੰ ਲੈ ਲਓ, ਹੈ ਨਾ। ਸਾਰੇ ਕਹਿੰਦੇ ਨੇ ਕਿ ਬੱਚਿਆਂ ਨੂੰ ਨਹੀਂ ਹੁੰਦਾ ਜਾਂ ਵੱਡਿਆਂ ਨੂੰ ਨਹੀਂ ਹੁੰਦਾ, ਬਜ਼ੁਰਗਾਂ ਨੂੰ ਹੁੰਦਾ, ਪਰ ਤੁਸੀਂ ਇਹ ਦੇਖੋ ਕਿ ਜਿਹੜੇ ਬਜ਼ੁਰਗ ਨੇ ਉਹ ਵੀ ਠੀਕ ਹੋ ਕੇ ਨਿਕਲੇ ਨੇ। ਤੁਸੀਂ ਇਹ ਨਿਊਜ਼ ਸੁਣੋ ਨਾ, ਤੁਸੀਂ ਇਹ ਦੇਖ ਰਹੇ ਹੋ ਕਿ ਕੇਸਿਸ ਇੰਨੇ ਹੋ ਗਏ, ਪਰ ਤੁਸੀਂ ਇਹ ਵੀ ਸੁਣੋ ਕਿ ਕਿੰਨੇ ਲੋਕੀ ਠੀਕ ਵੀ ਹੋਏ ਨੇ, ਕਿਉਂਕਿ ਉਹਨਾਂ ਦੇ ਇੱਕ ਅੰਤਰਾਤਮਾ ਇੰਨੀ ਸਟਰੋਂਗ ਹੈ, ਉਹਨਾਂ ਦਾ ਇਮਿਊਨ ਸਿਸਟਮ ਲੈਵਲ ਇੰਨਾ ਅੱਛਾ ਹੈ। ਕਿਉਂਕਿ ਅਤੇ ਜ਼ਰੂਰੀ ਨਹੀਂ ਹੈ ਕਿ ਬੱਚਿਆਂ ਨੂੰ ਵੀ ਹੋ ਰਿਹਾ, ਪਰ ਬੱਚਿਆਂ ਦਾ ਵੀ ਇਮਿਊਨ ਸਿਸਟਮ ਲੈਵਲ ਬਹੁਤ ਹਾਈ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਡਰ ਨਹੀਂ, ਫਿਕਰ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਹੈ ਵਾਇਰਸ। ਅਤੇ ਬਿਲਕੁਲ 6 ਸਾਲਾਂ ਦਾ ਬੱਚਾ ਵੀ ਆਪਣੇ ਆਪ ਨੂੰ ਠੀਕ ਕਰਕੇ ICU ਤੋਂ ਇੱਕ ਖੇਡ ਦੇ ਮੈਦਾਨ ਤੇ ਲੈ ਕੇ ਆਇਆ ਹੈ। ਇਸ ਤੋਂ ਇਲਾਵਾ 96 ਸਾਲ ਦੇ ਇੱਕ ਬਜ਼ੁਰਗ ਨੇ ਵੀ ਆਪਣੇ ਆਪ ਨੂੰ ਅੰਦਰ ਇੰਨੀ ਸ਼ਕਤੀ ਪੈਦਾ ਕੀਤੀ ਉਸਨੇ ਕਿ ਮੈਂ ਲੜਨਾ ਹੈ, ਇਸ ਵਾਇਰਸ ਨਾਲ ਲੜਨਾ ਹੈ, ਅਤੇ ਉਹੀ ਜਿਹੜੀ ਸ਼ਕਤੀ ਹੈ ਚੰਗਾ ਕੰਮ ਕਰਕੇ ਸਾਹਮਣੇ ਆਈ। ਕਿਉਂਕਿ ਕਿਤੇ ਕਿਤੇ ਜਦੋਂ ਦਵਾਈ ਅਸਰ ਕਰਨਾ ਬੰਦ ਕਰ ਦਿੰਦੀ ਹੈ, ਦੁਆ ਤਾਂ ਤੁਹਾਡੇ ਘਰ ਵਾਲੇ ਕਰ ਹੀ ਰਹੇ ਨੇ, ਪਰ ਜਿਹੜੀ ਇੱਕ ਤੁਹਾਡੇ ਅੰਦਰ ਜਿਹੜੀ ਸ਼ਕਤੀ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਬਾਹਰ ਕੱਢਣੀ। ਔਰ ਸਿਰਫ ਉਹ ਤੁਸੀਂ ਆਪਣੇ ਲਈ ਯੂਟਿਲਾਈਜ਼ ਨਹੀਂ ਕਰਨੀ, ਬਲਕਿ ਜਿਹੜੇ ਆਸ-ਪਾਸ ਜਿਹੜਾ ਤੁਹਾਡਾ ਘੇਰਾ ਬਣਿਆ ਹੋਇਆ ਹੈ, ਉਸ ਘੇਰੇ ਦੇ ਅੰਦਰ ਜਿੰਨੇ ਲੋਕ ਮੌਜੂਦ ਹੈ, ਤੁਹਾਡੀ ਸ਼ਕਤੀ ਨੂੰ ਦੇਖ ਕੇ, ਤੁਹਾਡੇ ਕੌਨਫੀਡੈਂਸ ਨੂੰ ਦੇਖ ਕੇ ਉਹਨਾਂ ਵਿੱਚ ਵੀ ਕੌਨਫੀਡੈਂਸ ਬਿਲਟ ਹੁੰਦਾ ਹੈ। ਕਿਉਂਕਿ ਇੱਕ ਕੌਨਫੀਡੈਂਸ ਜਿਹੜਾ ਹੁੰਦਾ ਹੈ, ਹੋਰ ਕਈ ਜਿਹੜੀਆਂ ਬੁਝੀਆਂ ਹੋਈਆਂ ਮੋਮਬੱਤੀਆਂ ਨੇ ਉਹਨਾਂ ਨੂੰ ਜਗਾਉਣ ਵਿੱਚ ਬਹੁਤ ਮਦਦਗਾਰ ਸਹਾਈ ਹੁੰਦਾ ਹੈ। ਉਹੀ ਮੈਂ ਕਹਿ ਰਹੀ ਨਾ, ਦਿਸ ਇਜ਼ ਕਾਲਡ ਕਲੈਕਟਿਵ ਕੌਨਸ਼ੀਅਸਨੈਸ। ਤੁਸੀਂ ਹੁਣ ਜਿੱਦਾਂ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਹੈ, ਕਿਉਂਕਿ ਅਸੀਂ ਜੋ ਸੋਚ ਰਹੇ ਹਾਂ ਨਾ, ਹੁਣ ਤੁਹਾਨੂੰ ਇੱਦਾਂ ਲੱਗ ਰਿਹਾ, ਹੁਣ ਮੈਨੂੰ ਇੱਦਾਂ ਲੱਗ ਰਿਹਾ ਹੈ ਕਿ ਮੈਂ ਸੋਚ ਰਿਹਾ, ਤੁਹਾਨੂੰ ਨਹੀਂ ਪਤਾ, ਪਰ ਤੁਹਾਡੀ ਜਿਹੜੀ ਐਨਰਜੀ ਹੈ ਜਿਹੜੀ ਉਹ ਤਾਂ ਕਲੈਕਟ ਕਰ ਰਹੀ ਹੈ ਨਾ ਇਹ ਚੀਜ਼ ਨੂੰ, ਫਿਰ ਤੁਸੀਂ ਬਾਹਰ ਜਾ ਕੇ ਉਹ ਐਨਰਜੀ ਦੇ ਰਹੇ ਹੋ। ਇਹੀ ਚੀਜ਼ ਹੈਗੀ ਹੈ ਕਿ ਤੁਸੀਂ ਇੱਕਦਮ ਸਟਰੋਂਗ ਹੋ ਜਾਓ। ਇਸ ਸਮੇਂ ਸਿਰਫ ਔਰ ਸਿਰਫ ਸਟਰੋਂਗ ਹੋਣ ਦੀ ਗੱਲ ਹੈ, ਸਿਰਫ ਔਰ ਸਿਰਫ ਸ਼ਾਂਤ ਹੋਣ ਦੀ ਗੱਲ ਹੈ, ਸਿਰਫ ਔਰ ਸਿਰਫ ਪਾਵਰਫੁਲ ਹੋਣ ਦੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਪਾਵਰਫੁਲ ਬਣਾ ਲਓ ਕਿ ਮੇਰੀ ਜੋ ਸੋਲ ਹੈ, ਇਟਸ ਅ ਪਾਵਰਫੁਲ ਸੋਲ, ਪਿਓਰ ਸੋਲ। ਪਿਓਰ ਸੋਲ ਇਸ ਕਰਕੇ ਹੈ ਕਿ ਉਹ ਫਿਰ ਕੋਈ ਵੀ ਚੀਜ਼ ਸਾਨੂੰ ਅਟੈਕ ਨਹੀਂ ਕਰਦੀ ਹੈ। ਤੁਸੀਂ ਆਪਣੇ ਅੰਦਰ ਹੀ, ਮੈਂ ਵੀ ਬਹੁਤ ਇੱਕਦਮ ਪਾਵਰਫੁਲ ਹਾਂ, ਮੈਂ ਤਾਂ ਬਿਲਕੁਲ ਨਹੀਂ ਇਹ ਸਭ ਚੀਜ਼ਾਂ ਸੋਚਦੀ, ਨਾ ਮੈਂ ਆਪਣੇ ਘਰ ਵਿੱਚ ਹੀ ਗੱਲ ਕਰਦੀ ਹਾਂ, ਕਿਉਂਕਿ ਮੇਰੇ ਵੀ ਬੱਚੇ ਨੇ, ਅਸੀਂ ਇੰਨਾ ਖੁਸ਼ ਰਹਿੰਦੇ ਹਾਂ, ਅਸੀਂ ਟਾਈਮ ਸਪੈਂਡ ਕਰਦੇ ਹਾਂ। ਅਤੇ ਤੁਸੀਂ ਇਸ ਚੀਜ਼ ਨੂੰ ਨਾ ਮਤਲਬ ਸੱਚੀ ਭੁੱਲ ਜਾਓ, ਦੇਖੋ ਹੀ ਨਾ ਉਸ ਵਾਲੇ ਪਾਸੇ। ਹਾਂ, ਬਸ ਗਵਰਨਮੈਂਟ ਕੀ ਦੱਸ ਰਹੀ ਹੈ ਉਹਦਾ ਖਿਆਲ ਰੱਖੋ, ਔਰ ਠੀਕ ਹੈ 1 ਮਹੀਨਾ ਹੋਰ ਵੱਧ ਗਿਆ, ਨੋ ਪ੍ਰੋਬਲਮ, ਬਹੁਤ ਅੱਛੀ ਗੱਲ ਹੈ ਨਾ, ਸਾਡੀ ਸੇਫਟੀ ਹੈ। ਔਰ ਇਸ ਵਿੱਚ ਚੰਗੀ ਗੱਲ ਇਹ ਵੀ ਸਾਨੂੰ ਦੇਖਣਾ ਚਾਹੀਦਾ ਕਿ ਸਾਡਾ ਵਾਤਾਵਰਣ ਕਿੰਨਾ ਸਾਫ਼ ਹੋ ਰਿਹਾ ਹੈ। ਸਰਕਾਰਾਂ ਸਾਨੂੰ ਵਾਰ-ਵਾਰ ਕਹਿੰਦੀਆਂ ਸਨ ਕਿ ਤੁਸੀਂ ਲਗਾਤਾਰ ਜਿਹੜੀਆਂ ਤੁਹਾਡੇ ਘਰ ਵਿੱਚ ਕਾਰਸ ਖੜੀਆਂ ਨੇ ਜਾਂ ਫਿਰ ਫੈਕਟਰੀ ਜਿਹੜੇ ਧੂੰਏਂ ਬਾਰ-ਬਾਰ ਬਾਹਰ ਆ ਰਹੇ ਨੇ ਉਹਨਾਂ ਨੂੰ ਘਟਾਓ। ਅਸੀਂ ਉਹਨਾਂ ਨੂੰ ਨਹੀਂ ਘਟਾ ਪਾ ਰਹੇ ਸੀ, ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਸੀ ਕਿ ਲਾਸ ਹੋਏਗਾ, ਅਸੀਂ ਬਾਹਰ ਕਿਵੇਂ ਜਾਵਾਂਗੇ, ਸਾਨੂੰ ਕਾਰ ਦੀ ਜ਼ਰੂਰਤ ਹੈ। ਫੈਕਟਰੀ ਦੇ ਮਾਲਕ ਸੋਚਦੇ ਸਨ ਸਾਡੀ ਫੈਕਟਰੀ ਬੰਦ ਹੋਏਗੀ ਤਾਂ ਸਾਨੂੰ ਅਰਬਾਂ ਡਾਲਰਸ ਦਾ, ਅਰਬਾਂ ਰੁਪਇਆਂ ਦਾ ਨੁਕਸਾਨ ਹੋਏਗਾ, ਪਰ ਅੱਜ ਵੀ ਉਹ ਨੁਕਸਾਨ ਜ਼ਰੂਰ ਹੋ ਰਿਹਾ ਹੈ। ਸਾਨੂੰ ਇੱਕ ਮਜਬੂਰੀ ਵਸ ਉਹ ਸਾਨੂੰ ਫੈਕਟਰੀਜ਼ ਬੰਦ ਕਰਨੀਆਂ ਪੈ ਰਹੀਆਂ, ਸਾਨੂੰ ਕਾਰਾਂ ਅਸੀਂ ਨਹੀਂ ਚਲਾ ਰਹੇ, ਉਹ ਸਾਡੇ ਗੈਰਾਜ ਵਿੱਚ ਖੜੀਆਂ ਨੇ, ਪਰ ਉਸ ਦਾ ਫਾਇਦਾ ਕਿੰਨਾ ਹੋਇਆ? ਸਾਡਾ ਵਾਤਾਵਰਣ ਅੱਜ ਇਨਵਾਇਰਨਮੈਂਟ ਬਹੁਤ ਜ਼ਿਆਦਾ ਸ਼ੁੱਧ ਹੋ ਚੁੱਕਾ ਹੈ, ਬਹੁਤ ਜ਼ਿਆਦਾ ਸਾਫ਼ ਹੋ ਚੁੱਕਾ ਹੈ। ਜੀ ਬਿਲਕੁਲ, ਸਾਡਾ ਇਨਵਾਇਰਨਮੈਂਟ ਹੀ ਬੜਾ ਖੁਸ਼ ਹੈ। ਪਹਿਲੀ ਗੱਲ ਤਾਂ ਕੁਦਰਤ ਇੰਨੀ ਖੁਸ਼ ਹੋ ਗਈ ਹੈ, ਔਰ ਹਾਂ ਪਰਮਾਤਮਾ ਨੇ ਇਹੀ ਬੋਲਿਆ ਸੀ ਕਿ ਹੁਣ ਬਸ ਹੁਣ ਥੋੜ੍ਹਾ, ਕਿਉਂਕਿ ਦੇਖੋ ਤੁਸੀਂ ਇਹ ਸੋਚ ਰਹੇ ਹੋ ਕਿ ਇਹ ਬੰਦ ਹੋ ਗਿਆ, ਲੋਕਡਾਊਨ ਹੋ ਗਿਆ, ਇੱਦਾਂ ਹੋ ਗਿਆ, ਪਰ ਤੁਸੀਂ ਇਹ ਸੋਚੋ ਕਿ ਪਰਮਾਤਮਾ ਨੇ ਅੱਗੇ ਸਾਡੇ ਲਈ ਬਹੁਤ ਵਧੀਆ ਸੋਚਿਆ ਹੈ, ਤਾਂ ਹੀ ਉਹਨਾਂ ਨੇ ਲੋਕਡਾਊਨ ਕੀਤਾ ਹੈ ਕਿ ਤੁਸੀਂ ਸ਼ਾਂਤ ਹੋ ਜਾਓ। ਕਿਉਂਕਿ ਐਨਵਾਇਰਨਮੈਂਟ ਕਾਫੀ ਤੁਸੀਂ, ਮੈਂ ਵੀ ਪੜ੍ਹਦੀ ਰਹਿੰਦੀ ਹਾਂ, ਗੂਗਲ 'ਤੇ ਵੀ ਪੜ੍ਹਦੀ ਹਾਂ, ਨਿਊਜ਼ ਆਉਂਦੀ ਹੈ ਕਿ ਸਾਡਾ ਐਨਵਾਇਰਨਮੈਂਟ ਕਿੰਨਾ, ਇੰਡੀਆ ਦਾ ਐਨਵਾਇਰਨਮੈਂਟ ਕਿੰਨਾ ਸ਼ੁੱਧ ਹੋ ਗਿਆ। ਤੁਹਾਨੂੰ ਪਤਾ ਹੈ ਸਾਡਾ ਮੁੰਬਈ ਹੈ ਜੋ ਮਹਾਰਾਸ਼ਟਰ, ਜੋ ਕਿ ਜਿਹੜਾ ਨੈਕਲੇਸ ਕਿਹਾ ਜਾਂਦਾ ਹੈ, ਉਹ ਅਸੀਂ ਜਦੋਂ ਦੇਖਦੇ ਸੀਗੇ ਤੇ ਦੂਰ ਦੂਰ ਤੱਕ ਦਿਖਦਾ ਨਹੀਂ ਸੀ,
ਤੇ ਹੁਣ ਜਦੋਂ ਫੋਟੋ ਸਾਨੂੰ ਵੇਖਣ ਨੂੰ ਮਿਲਦੀ ਹੈ ਕਿ ਵਾਓ, ਮਤਲਬ ਕਿ ਪਾਣੀ ਵੀ ਇੱਕਦਮ ਨੀਲਾ ਹੋ ਗਿਆ ਤੇ ਆਕਾਸ਼ ਵੀ ਇੱਕਦਮ ਨੀਲਾ ਹੋ ਗਿਆ, ਕਿੰਨੀ ਸੋਹਣੀ ਗੱਲ ਹੈ ਹਨਾ। ਬਿਲਕੁਲ ਜਲੰਧਰ ਵਿੱਚ ਦੇਖਿਆ ਜਾਏ ਤਾਂ 200 ਕਿਲੋਮੀਟਰ ਦੂਰ ਦੇ ਜਿਹੜੇ ਦੌਲਦਾਰ ਪਹਾੜੀਆਂ ਸੀਗੀਆਂ ਉਹ ਵੀ ਦਿਖਾਈ ਦੇਣ ਲੱਗੀਆਂ ਜਲੰਧਰ ਵਰਗੇ ਸ਼ਹਿਰ ਵਿੱਚ। ਇਸ ਤੋਂ ਇਲਾਵਾ ਜੇਕਰ ਦਿੱਲੀ ਦੀ ਗੱਲ ਕਰੇ ਤਾਂ ਦਿੱਲੀ ਦਾ ਵੀ ਜਿਹੜਾ ਪੋਲਿਊਸ਼ਨ ਲੈਵਲ ਹੈ ਬਹੁਤ ਘਟਿਆ ਹੈ ਲੈਵਲ। ਤੁਸੀਂ ਇਸ ਚੀਜ਼ ਨੂੰ ਪੋਜ਼ਿਟਿਵ ਪੂਰਾ ਸੋਚਣਾ ਚਾਹੀਦਾ। ਜੀ ਜੀ ਬਿਲਕੁਲ, ਮੈਂ ਤਾਂ ਉਹੀ ਕਹਿ ਰਹੀ ਹਾਂ ਕਿ ਇਸ ਨੂੰ ਅੱਛਾ ਸੋਚੋ ਔਰ ਅੱਛਾ ਹੀ ਹੈ। ਆਪਾਂ ਕਿਉਂ ਇਸ ਚੀਜ਼ ਨੂੰ ਲੈ ਰਹੇ ਕਿ ਅਸੀਂ ਘਰ ਬੈਠੇ ਹਾਂ ਤੇ ਇਹ ਅੱਛੀ ਚੀਜ਼ ਨਹੀਂ ਹੋਈ, ਅਸੀਂ ਘਰ ਕਿਉਂ ਬੈਠ ਗਿਆ। ਨਹੀਂ, ਬਹੁਤ ਅੱਛੀ ਚੀਜ਼ ਹੈ। ਤੁਸੀਂ ਇਹ ਸੋਚੋ ਕਿ ਤੁਹਾਡੇ ਅੰਦਰ ਜੋ ਇਕੱਠਾ ਹੋ ਗਿਆ ਸੀ ਨਾ, ਜਿਹੜਾ ਬਲੈਕ ਸਰਕਲ ਬਣ ਗਿਆ ਸੀਗਾ, ਉਹ ਵੀ ਕਲੀਅਰ ਹੋ ਰਿਹਾ ਹੈ। ਤੁਸੀਂ ਬਾਹਰ ਨਹੀਂ ਜਾ ਰਹੇ ਹੋ, ਤੁਸੀਂ ਲੋਕਾਂ ਨੂੰ ਨਹੀਂ ਮਿਲ ਰਹੇ ਹੋ, ਕਿਉਂਕਿ ਅਸੀਂ ਜਾਣੇ ਅਣਜਾਣੇ ਵਿੱਚ ਕਾਫੀ ਚੀਜ਼ਾਂ ਅਸੀਂ ਅਟਰੈਕਟ ਕਰ ਲੈਂਦੇ ਹਾਂ ਆਪਣੇ ਆਪ ਵਿੱਚ, ਔਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਉਸ ਨੂੰ ਕਿੱਦਾਂ ਝਾੜੀਏ, ਹੈ ਨਾ। ਤੇ ਹੁਣ ਤੁਸੀਂ ਆਪਣੇ ਘਰ ਬੈਠ ਕੇ ਕਿੰਨੇ ਸ਼ੁੱਧ ਹੋ ਰਹੇ ਹੋ, ਤੁਸੀਂ ਖੁਦ ਵੀ ਸ਼ੁੱਧ ਹੋ ਰਹੇ ਹੋ ਤੇ এনवायरमेंट ਵੀ ਸ਼ੁੱਧ ਹੋ ਰਿਹਾ ਹੈ। ਬਿਲਕੁਲ। ਔਰ ਜਾਂਦਿਆਂ ਮੈਂ ਇਹ ਕਹਾਂਗਾ ਕਿ ਜਦੋਂ ਇਹ ਦਰਵਾਜ਼ਾ ਖੁੱਲੇਗਾ ਔਰ ਅਸੀਂ ਸਾਰੇ ਇਕੱਠੇ ਬਾਹਰ ਨਿਕਲਾਂਗੇ ਤਾਂ ਕਿੰਨਾ ਮਜ਼ਾ ਆਏਗਾ, ਕਿਉਂਕਿ ਸਾਨੂੰ ਇਕੱਠਾ ਸੋਸ਼ਲ ਹੋਣ ਦਾ ਮੌਕਾ ਮਿਲੇਗਾ, ਕਿਉਂਕਿ ਅਸੀਂ ਸੋਸ਼ਲ ਗੈਦਰਿੰਗਸ ਛੱਡੀਆਂ ਹੋਈਆਂ, ਸੋਸ਼ਲ ਡਿਸਟੈਂਸਿੰਗ ਅਸੀਂ ਰੱਖਿਆ ਹੋਇਆ। ਲੇਕਿਨ ਜਦੋਂ ਸਰਕਾਰ ਸਾਨੂੰ ਖੁੱਲੀ ਛੂਟ ਦੇਗੀ ਕਿ ਇਹ ਦਰਵਾਜ਼ਾ ਹੁਣ ਤੁਹਾਡੇ ਲਈ ਖੁੱਲ ਚੁੱਕਾ ਹੈ, ਤੁਸੀਂ ਬਾਹਰ ਆ ਸਕਦੇ ਹੋ, ਇਹ ਸੋਚੋ ਕਿ ਜਦੋਂ ਤੁਸੀਂ ਉਹਨਾਂ ਮਾਲਸ ਵਿੱਚ ਜਾਓਗੇ, ਜਦੋਂ ਤੁਸੀਂ ਸੜਕਾਂ 'ਤੇ ਆਪਣੇ ਦੋਸਤਾਂ ਨਾਲ ਘੁੰਮੋਗੇ ਤਾਂ ਇਹੀ ਸਮਾਂ ਯਾਦ ਕਰੋਗੇ ਕਿ ਕਿਸ ਤਰ੍ਹਾਂ ਅਸੀਂ ਘਰ ਬੈਠ ਕੇ ਇੱਕ ਦੂਜੇ ਨਾਲ ਫੋਨ ਕਾਲ 'ਤੇ ਹੀ ਗੱਲ ਕਰਦੇ ਸੀ, ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲ ਕਰਦੇ ਸੀ, ਪਰ ਅੱਜ ਅਸੀਂ ਦੁਬਾਰਾ ਮਿਲੇ ਹਾਂ। ਗਲੇ ਮਿਲ ਕੇ ਸਵਾਗਤ ਕਰਨਾ ਉਸ ਸਮੇਂ ਦਾ। ਬਹੁਤ ਬਹੁਤ ਸ਼ੁਕਰੀਆ ਅਵਿਨਾਸ਼ ਕੌਰ ਜੀ ਸਾਡੇ ਨਾਲ ਗੱਲਬਾਤ ਸੋ ਕਰਨ। ਮਚ ਥੈਂਕ ਯੂ ਬਲਿੰਦਰ ਜੀ। ਔਰ ਮੈਂ ਕਹਿੰਦੀ ਹਾਂ ਕਿ ਤੁਸੀਂ ਇਹ ਸੋਚੋ ਨਹੀਂ, ਇਹ ਹੋ ਚੁੱਕਿਆ, ਇਹ ਸੋਚੋ ਕਿ ਤੁਸੀਂ ਮਤਲਬ ਕਿ ਵੀ ਹੈਵ ਫਿਨਿਸ਼ਡ ਦ ਕ੍ਰਾਈਸਿਸ ਤੇ ਅਸੀਂ ਅੱਗੇ ਵੱਧ ਗਏ, ਔਰ ਅਸੀਂ ਇਹੀ ਮਨ ਵਿੱਚ ਖੁਸ਼ੀ ਲਿਆਓ ਕਿ ਅਸੀਂ ਸਭ ਨੂੰ ਗਲੇ ਮਿਲ ਕੇ ਅਸੀਂ ਖੁਸ਼ੀ ਮਨਾਉਣੀ ਹੈ ਬਾਹਰ ਜਾ ਕੇ। ਐਂਡ ਮੇਰੇ ਲਈ ਤਾਂ ਕ੍ਰਾਈਸਿਸ ਖਤਮ ਹੋ ਗਏ ਨੇ। ਤੁਸੀਂ ਵੀ ਪਲੀਜ਼ ਇਸ ਕ੍ਰਾਈਸਿਸ ਨੂੰ ਆਪਣੇ ਦਿਮਾਗ ਤੋਂ ਵੀ ਤੇ ਇਸ ਵਰਲਡ ਤੋਂ ਵੀ ਇਹ ਖਤਮ ਹੋ ਜਾਏਗਾ। ਆਈ ਨੋ। ਬਹੁਤ ਬਹੁਤ ਸ਼ੁਕਰੀਆ ਅਵਿਨਾਸ਼ ਕੌਰ ਜੀ। ਸੋ ਇਹ ਨਜ਼ਰੀਆ ਦੇਖਣ ਦੀ ਜ਼ਰੂਰਤ ਹੈ, ਇਹ ਨਜ਼ਰੀਆ ਅਪਣਾਉਣ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਭਰੀ ਜ਼ਿੰਦਗੀ ਕਿਵੇਂ ਬਤੀਤ ਕਰਦੇ ਹੋ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਵਿੱਚ ਮੇਰੇ ਨਾਲ ਜੁੜਨ ਦੇ ਲਈ। ਧੰਨਵਾਦ।